पग पंकज बंदन, पग पंकज बंदन, सिमरो अंगद दोख निकंदन। अमरदास गुर हृदय ध्यावो, हृदय ध्यावो। श्री गुरु रामदास गुण गावो, श्री अर्जन बिघ्नन के नासक, बिघ्नन के नासक। श्री हरगोबिंद शुभ सुमत प्रकाशक। श्री हर राय नमो कर जोरी, नमो कर जोरी। गुरु हर कृष्ण मनाए बहोरी, गुरु तेग बहादुर परम कृपाला, परम कृपाला। श्री गुरु गोबिंद सिंह विसाला, धरों धरा पर पुन पुन सीसा, वाहिगुरु पुन पुन सीसा। बंदों बार बार जगदीशा, जिसमें है अमृत ज्ञान है, माणक भगत बैराग। श्री गुरु ग्रंथ साहिब उदद, बंदों कर अनुराग। एक अंकारा सतगुरु, तेह प्रसाद सच होए। वाहिगुरु जी की फतेह, विघ्न विनाशन सोए। धन धन सच्चे पातशाह गरीब नवाज, दीन दुनिया दे मालक, चवर छतर तखत दे मालक, समरथ गुरु परतख गुरु, दीन दयाल कृपाल अंतरजामी, पूरन पार ब्रह्म परमेश्वर। वाहिगुरु अकाल पुरख स्वरूप सच्चे पातशाह, दासां गरीबां सिखां सेवकां दे उत्ते सदा किरपा करन वाले, बख्शिशां करन वाले, दया करन गरीब नवाज सच्चे पातशाह। धन धन श्री गुरु ग्रंथ साहिब जी महाराज, धन धन श्री गुरु ग्रंथ साहिब जी महाराज। सच्चे पातशाह महाराज जी की किरपा बख्शिश दया हुई है। आपां सारियां संगतां ते लड़ीवार कथा सतगुरु सच्चे पातशाह महाराज जी के जीवन की आपां ने सरवण करनी है। प्यार सत्कार दे नाल गज के सारी संगत फतेह बुलाओ जी। वाहिगुरु जी का खालसा, वाहिगुरु जी की फतेह। धन धन सच्चे पातशाह श्री गुरु नानक साहब महाराज जी की संपूर्ण कथा आप जी सिख संगतां ने बड़े ही प्यार दे नाल सरवण कीती। हुण साध संगत जी आपां महाराज गरीब नवाज जी 10 गुरु साहिबां की कथा आरंभ करनी है। और श्री गुरप्रताप सूच ग्रंथ की आरंभता जो कि कल आप जी ने प्रसंग सरवण कीता सीगा। कवि संतोख सिंह जी ग्रंथ की आरंभता करन तो पहला उस वाहिगुरु का शुकराना करन वास्ते परमेश्वर जी का वस्तु निर्देश मंगल करते हैं। सच्चे पातशाह जी ने संगत जी सानू गुरबाणी विच सिक्ख्या दिती है। की सिक्ख्या दिती है? महाराज कहंदे प्यारिया कोई भी काम कर पर उस काम नूं करन तो पहला वाहिगुरु दे चरणां 'च अरदास जरूर कर। कीता लोड़ीआ काम सो हर पह आखीगै। होएगा कि धन महाराज सच्चे पातशाह गरीब नवाज बाणी विच दसदे किरपा करदे। महाराज कहन लगे परमेश्वर जी सतगुरु जी तेरा कारज सवार देणगे। कारज दे सवार
ਸਤਿਗੁਰ ਸੱਚ ਸਾਖੀ ਹੈ। ਸੋ ਇਹ ਮਰਜ਼ਾਦਾ ਹੈ। ਕੱਲਾ ਇਹ ਨਹੀਂ ਵੀ ਕਥਾ ਸੰਗਤ ਜੀ ਕਰਨ ਲੱਗਿਆਂ, ਕਥਾ ਲਿਖਣ ਲੱਗਿਆਂ ਹੀ ਮੰਗਲ ਕਰਨਾ ਹੈ, ਗੁਰੂ ਸਾਹਿਬ ਜੀ ਦਾ ਨਾਮ ਲੈਣਾ ਹੈ, ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਅਰਦਾਸ ਕਰਨੀ ਹੈ। ਹਰ ਕੰਮ ਕਰਨ ਲੱਗਿਆਂ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰਨੀ, ਹਰ ਕੰਮ ਕਰਨ ਲੱਗਿਆਂ ਮਹਾਰਾਜ ਕਿਰਪਾ ਕਰਦੇ ਆ, ਸੱਚੇ ਪਾਤਸ਼ਾਹ ਕਾਰਜ ਸਵਾਰ ਦਿੰਦੇ। ਵੇਖੋ ਸੰਗਤ ਜੀ, ਆਪਾਂ ਕਥਾ ਸਰਵਣ ਕਰਨੀ ਹੈ, ਪਰ ਕਥਾ ਸੁਣਨ ਦਾ ਮੁੱਖ ਭਾਵ ਇਹ ਹੋਣਾ ਚਾਹੀਦਾ ਵੀ ਅਸੀਂ ਸਿੱਖਿਆ ਲੈਣੀ ਹੈ। ਜੀਵਨ ਜਾਚ ਸਾਨੂੰ ਆਵੇ, ਜ਼ਿੰਦਗੀ ਜਿਉਣ ਦਾ ਢੰਗ ਤਰੀਕਾ ਸਾਨੂੰ ਆਵੇ, ਕਿਸ ਤਰੀਕੇ ਦੇ ਨਾਲ ਜ਼ਿੰਦਗੀ ਜਿਉਣੀ ਹੈ। ਇਹ ਢੰਗ ਤਰੀਕਾ ਸਾਨੂੰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਪੜ੍ਹ ਕੇ, ਗੁਰੂ ਜੀ ਦੇ ਇਤਿਹਾਸ ਦੀ ਕਥਾ ਸੁਣ ਕੇ ਆਏਗਾ। ਸੋ ਇਹ ਸਿੱਖਿਆ ਲੈਣੀ ਹੈ। ਕਿਸੇ ਵੀ ਕੰਮ ਨੂੰ ਕਰਨ ਲੱਗਿਆਂ ਅਕਾਲ ਪੁਰਖ ਜੀ ਦਾ ਮੰਗਲ ਕਰਨਾ ਹੈ, ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮੰਗਲ ਕਰਨੇ ਹੈ, ਗੁਰੂ ਸਾਹਿਬ ਜੀ ਦੀਆਂ ਸਿਫਤਾਂ ਕਰਨੀਆਂ। ਅਤੇ ਮੈਂ ਹੋਰ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਾਂ, ਜਿਹੜਾ ਆਪਾਂ ਮੰਗਲ ਪੜ੍ਹਦੇ ਹਾਂ ਨਾ, ਸ਼੍ਰੀ ਨਾਨਕ ਪੱਗ ਪੰਕਜ ਬੰਧਨ, ਬਹੁਤ ਸਾਰੇ ਪ੍ਰੇਮੀਆਂ ਦੇ ਉੱਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ, ਉਹਨਾਂ ਨੂੰ ਇਹ ਮੰਗਲ ਕੰਠ ਹੋ ਗਿਆ ਜੀ। ਉਹਨਾਂ ਨੇ ਇਹ ਮੰਗਲ ਜ਼ੁਬਾਨੀ ਯਾਦ ਕਰ ਲਿਆ। ਜਿਨ੍ਹਾਂ ਨੇ ਫਿਰ ਜ਼ੁਬਾਨੀ ਯਾਦ ਕੀਤਾ ਉਹ ਪੜ੍ਹਦੇ ਵੀ ਹੈ, ਅਤੇ ਗੁਰੂ ਸਾਹਿਬ ਦੀ ਫਿਰ ਮਿਹਰ ਹੁੰਦੀ ਹੈ, ਕਿਰਪਾ ਹੁੰਦੀ ਹੈ। ਸੋ ਹੁਣ ਕਵੀ ਜੀ ਭਾਈ ਸੰਤੋਖ ਸਿੰਘ ਜੀ ਪਹਿਲਾਂ ਅਕਾਲ ਪੁਰਖ ਜੀ ਦਾ ਮੰਗਲ ਕਰਦੇ ਹੈ। ਉਹ 5 ਦੋਹਰੇ ਆਪ ਜੀ ਨੇ ਸੰਗਤ ਜੀ ਸਰਵਣ ਕੀਤੇ ਸਨ। ਹੁਣ ਅੱਗੋਂ 10 ਪਾਤਸ਼ਾਹੀਆਂ ਦਾ ਮੰਗਲ ਕਰਦੇ ਹੈ। ਵੇਖੋ ਇਹ ਮਰਿਆਦਾ ਕਲਗੀਧਰ ਜੀ ਨੇ ਸਾਨੂੰ ਸਿਖਾਈ ਹੈ। ਚੰਡੀ ਦੀ ਵਾਰ ਮਹਾਰਾਜ ਜੀ ਨੇ ਉਚਾਰਨ ਕੀਤੀ, ਉਹਦੇ ਵਿੱਚ ਵੀ 9 ਗੁਰੂਆਂ ਦਾ ਮੰਗਲ ਕੀਤਾ ਹੈ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੁਖਮਨੀ ਸਾਹਿਬ ਉਚਾਰਿਆ, ਪਹਿਲਾ ਸ਼ਲੋਕ ਜਿਹੜਾ ਉਚਾਰਨ ਕੀਤਾ, 4 ਗੁਰੂ ਸਾਹਿਬਾਂ ਦਾ ਮੰਗਲ ਕੀਤਾ। ਕਿਹੜਾ ਸ਼ਲੋਕ? ਆਦ ਗੁਰ ਏ ਨਮః, ਜੁਗਾਦ ਗੁਰ ਏ ਨਮঃ, ਸਤਿਗੁਰ ਏ ਨਮঃ, ਸ੍ਰੀ ਗੁਰਦੇਵ ਏ ਨਮঃ। ਇਹਦਾ ਭਾਵ ਕੀ ਹੈ? ਧੰਨ ਗੁਰੂ ਅਰਜਨ ਸਾਹਿਬ ਕਹਿੰਦੇ, ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ 'ਚ ਮੇਰੀ ਨਮਸਕਾਰ। ਜੁਗਾਦ ਦੂਸਰੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ 'ਚ ਨਮਸਕਾਰ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ 'ਚ ਮੇਰੀ ਨਮਸਕਾਰ। ਅਤੇ ਸ੍ਰੀ ਗੁਰਦੇਵ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਮੇਰੀ ਨਮਸਕਾਰ ਹੈ। ਵੇਖੋ ਇਹ ਗੁਰੂ ਸਾਹਿਬਾਂ ਨੇ ਸਾਨੂੰ ਪੂਰਨੇ ਪਾਏ ਹੈ। ਆਪਾਂ ਬਾਣੀ ਜਿੱਥੇ ਪੜ੍ਹਨੀ ਹੈ ਉੱਥੇ ਸਿੱਖਿਆ ਵੀ ਲੈਣੀ ਹੈ। ਸੋ ਹੁਣ ਕਵੀ ਜੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ 10 ਗੁਰੂ ਸਾਹਿਬਾਂ ਦਾ ਮੰਗਲ ਲਿਖਦੇ ਹੈ। ਗੁਰੂ ਸਾਹਿਬਾਂ ਦਾ ਨਾਮ ਲੈ ਲੈ ਕੇ ਸਤਿਗੁਰਾਂ ਦੀਆਂ ਵਡਿਆਈਆਂ ਕਰਦੇ ਹੈ। ਬੜੇ ਪਿਆਰ ਦੇ ਨਾਲ ਸਰਵਣ ਕਰੋ। ਦੋਵੇਂ ਹੱਥ ਜੋੜ ਕੇ ਪਿਆਰ ਨਾਲ ਗੱਜ ਕੇ ਕਹੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਕਰ ਤਾਰਨ ਸੇ ਸ਼ੁਭ ਬਾਕ ਬਿਲਾਸ ਬਿਹੰਗ ਬਿਕਾਰਨ ਕੋ ਕਰ ਤਾਰਨ। ਸਾਧ ਸੰਗਤ ਜੀ, ਧੰਨ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਕਰਦੇ। ਪਹਿਲਾਂ ਆਪ ਜੀ ਸਾਰੇ ਹੱਥ ਜੋੜ ਕੇ ਗੱਜ ਕੇ ਕਹੋ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਜੀ ਦੀ ਵਡਿਆਈ ਕਰਨ ਲੱਗਿਆਂ ਕਵੀ ਸੰਤੋਖ ਸਿੰਘ ਜੀ ਨੇ ਤਾਰਨ ਸ਼ਬਦ ਮੁੱਖ ਰੱਖਿਆ ਜੀ। ਤਾਰਨ, ਭਾਈ ਗੁਰਦਾਸ ਜੀ ਲਿਖਦੇ ਨਾ, ਕੱਲ ਤਾਰਨ ਗੁਰ ਨਾਨਕ ਆਇਆ। ਹੁਣ ਦੱਸਦੇ ਆ, ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਸਹਿਜ ਸੁਭਾਅ ਵੀ ਜਿਹੜੇ ਬਚਨ ਕੀਤੇ। ਗੁਰ ਰਸਨਾ ਅੰਮ੍ਰਿਤ ਬੋਲਦੀ। ਗੁਰੂ ਸਾਹਿਬ ਜੀ ਦੀ ਰਸਨਾ ਭਾਵੇਂ ਸਹਿਜ ਸੁਭਾਅ ਵੀ ਬਚਨ ਕਰ ਰਹੇ ਹੋਣ ਨਾ, ਸਾਧ ਸੰਗਤ ਗੁਰੂ ਸਾਹਿਬ ਅੰਮ੍ਰਿਤ ਹੀ ਮੁੱਖੋਂ ਬੋਲਦੇ ਆ, ਅੰਮ੍ਰਿਤ ਹੀ ਬੋਲਦੇ ਆ। ਕਹਿਣ ਲੱਗੇ, ਜਿਹੜੇ ਬਚਨ ਸੱਚੇ ਪਾਤਸ਼ਾਹ ਜੀ ਨੇ ਸਹਿਜ ਸੁਭਾਅ ਵੀ ਕਹਿ ਦਿੱਤੇ, ਸਤਿਗੁਰੂ ਜੀ ਦੇ ਸਹਿਜ ਸੁਭਾਅ ਉਚਾਰਨ ਕੀਤੇ ਹੋਏ ਜਿਹੜੇ ਬਚਨ ਨੇ ਨਾ, ਉਹਨਾਂ ਬਚਨਾਂ ਨੂੰ ਵੀ ਜਿਨ੍ਹਾਂ ਨੇ ਸੁਣ ਲਿਆ ਉਹ ਕਲਯੁਗ ਵਿੱਚੋਂ ਤਰ ਗਏ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਸਹਿਜ ਸੁਭਾਅ ਜਿਹੜੇ ਬਚਨ ਕੀਤੇ, ਪ੍ਰੇਮ ਨਾਲ ਜਿਹੜੇ ਬਚਨ ਕੀਤੇ, ਉਹ ਬਚਨ ਜਿਹੜੇ ਆ ਉਹਨਾਂ ਨੇ ਮਨੁੱਖਾਂ ਨੂੰ ਤਾਰਿਆ। ਕਿਉਂ? ਕਿਉਂਕਿ ਗੁਰੂ ਸਾਹਿਬ ਨੇ ਜਿਹੜੇ ਸਹਿਜ ਸੁਭਾਅ ਵੀ ਬਚਨ ਕੀਤੇ ਆ ਨਾ, ਉਹਨਾਂ ਨੂੰ ਸੁਣ ਕੇ ਵੀ ਮਨੁੱਖਾਂ ਦੇ ਵਿਕਾਰ ਦੂਰ ਹੋਏ ਜੀ। ਮਨ ਦੀਆਂ ਮਾੜੀਆਂ ਬਿਰਤੀਆਂ ਦੂਰ ਹੋ ਗਈਆਂ ਜੀ। ਮਹਾਰਾਜ ਨੇ ਸਹਿਜ ਸੁਭਾਅ ਬਾਣੀ ਉਚਾਰਦੇ ਗਏ। ਸਾਧ ਸੰਗਤ, ਜਿਹੜੇ ਪਾਪੀ ਪਾਪ ਕੰਮ ਕਰਦੇ ਸਨ ਉਹਨਾਂ ਦੀਆਂ ਰੂਹਾਂ ਕੰਬ ਗਈਆਂ ਜੀ।
ਇਸ ਪੰਕਤੀ ਦਾ ਬੜਾ ਵਿਸਥਾਰ ਹੋ ਸਕਦਾ ਹੈ ਜੀ। ਵੇਖੋ ਸੱਜਣ, ਠੱਗ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨੂੰ ਸ਼ਬਦ ਉਚਾਰ ਕੇ ਸੁਣਾਇਆ ਤੇ ਉੱਜਮ ਕਹਿਹਾਂ ਚਿਲਕਣਾ ਘੋਟਿਮ ਕਾਲੜੀ ਮਸ, ਧੋਤਿਆਂ ਜੂਠ ਨਾ ਉਤਰੈ ਜੇ ਸੌ ਧੋਵਾ ਤਿਸ। ਸੱਚੇ ਪਾਤਸ਼ਾਹ ਜੀ ਨੇ ਸਹਿਜ ਸੁਭਾਅ ਸ਼ਬਦ ਉਚਾਰਿਆ ਜੀ। ਇਹਦਾ ਭਾਵ ਕੀ ਹੈ? ਮਹਾਰਾਜ ਕਹਿੰਦੇ ਕਹਿਣ ਦਾ ਭਾਂਡਾ ਵੇਖਣ ਨੂੰ ਤੇ ਬੜਾ ਸੋਹਣਾ ਲੱਗਦਾ, ਉੱਪਰੋਂ ਤੇ ਬੜਾ ਸੋਹਣਾ ਹੁੰਦਾ, ਪਰ ਜਿੰਨਾ ਉਹਨੂੰ ਧੋਈ ਜਾਵੋ ਉਹਦੇ ਵਿੱਚੋਂ ਜੂਠ ਨਿਕਲੀ ਜਾਣੀ ਹੈ। ਜਿੰਨਾ ਉਹਨੂੰ ਕੱਪੜਾ ਮਲ ਮਲ ਕੇ ਵੇਖੋਗੇ ਉਹਦੇ ਚੋਂ ਕਾਲੋਂ ਨਿਕਲੀ ਆਉਣੀ ਹੈ। ਮਹਾਰਾਜ ਨੇ ਸਹਿਜ ਸੁਭਾਅ ਸ਼ਬਦ ਉਚਾਰਿਆ, ਸੱਜਣ ਤੇਰਾ ਮਨ ਜਿਹੜਾ ਕਹਿ ਵਰਗਾ ਹੈਗਾ, ਉਤੋਂ ਤੇ ਤੂੰ ਬੜਾ ਸੋਹਣਾ ਹੈਗਾ, ਪਰ ਵਿੱਚੋਂ ਤੇਰੇ ਅੰਦਰ ਜੂਠ ਭਰੀ ਹੋਈ ਹੈ। ਇਹ ਬਚਨ ਸੱਜਣ ਠੱਗ ਨੇ ਸੁਣੇ, ਕੰਬ ਉੱਠੀ ਜੀ ਉਹਦੀ ਰੂਹ ਜੀ, ਚਰਨੀ ਪੈ ਗਿਆ, ਉਹਦਾ ਭਲਾ ਹੋ ਗਿਆ, ਤਰ ਗਿਆ ਜੀ ਸੱਜਣ ਜੀ। ਇਹ ਤਾਂ ਐਵੇਂ ਅਸੀਂ ਉਹਨੂੰ ਧੱਕੇ ਨਾਲ ਸੱਜਣ ਠੱਗ ਕਹੀ ਜਾਂਦੇ ਆ, ਸੱਜਣ ਬਾਅਦ ਵਿੱਚ ਸੱਜਣ ਹੀ ਬਣਿਆ ਜੀ, ਸੰਤ ਬਣ ਗਿਆ ਜੀ। ਸੋ ਭਾਈ ਸੰਤੋਖ ਸਿੰਘ ਜੀ ਲਿਖਦੇ, ਕਹਿੰਦੇ ਸਿੱਖੋ ਗੁਰੂ ਨਾਨਕ ਸਾਹਿਬ ਜੀ ਨੇ ਸਹਿਜ ਸੁਭਾਅ ਵੀ ਜਿਹੜੇ ਬਚਨ ਕੀਤੇ, ਜਿਨ੍ਹਾਂ ਨੇ ਉਹ ਬਚਨ ਸੁਣੇ ਉਹਨਾਂ ਦੇ ਮਾੜੇ ਵਿਕਾਰ ਪੰਛੀ ਜਿਵੇਂ ਖੰਭ ਲਾ ਕੇ ਉੱਡਦਾ ਉੱਡ ਗਏ, ਕਹਿਣ ਲੱਗੇ ਤਰ ਗਏ ਜੀ ਉਹ। ਹਾਂਜੀ। ਕਰਤਾਰ ਨਹੀਂ ਮਨ ਜਾਣਤ ਜੇ ਤਿੰਨ ਕੇ ਹਿਤ ਕੋ ਸਿਫਤੀ ਕਰ ਤਾਰਨ। ਜਿਨ੍ਹਾਂ ਨੂੰ ਇਸ ਸੰਸਾਰ 'ਚ ਪਤਾ ਹੀ ਨਹੀਂ ਸੀ ਵੀ ਰੱਬ ਕੀ ਹੈਗਾ ਜੀ। ਕਰਤਾਰ ਨਹੀਂ ਮਨ ਜਾਣਤ ਜੇ, ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਰੱਬ ਕੀ ਹੈ, ਰੱਬ ਕੀ ਹੁੰਦਾ। ਤਿੰਨ ਕੇ ਹਿਤ ਕੋ ਸਿਫਤੀ ਕਰ ਤਾਰਨ। ਮਹਾਰਾਜ ਨੇ ਉਹਨਾਂ ਵਾਸਤੇ ਵੀ ਅੰਮ੍ਰਿਤ ਬਾਣੀ ਉਚਾਰਨ ਕੀਤੀ ਜੀ, ਉਹਨਾਂ ਨਾਲ ਵੀ ਬਚਨ ਕੀਤੇ, ਜਾ ਕੇ ਉਹਨਾਂ ਨੂੰ ਸਮਝਾਇਆ। ਵੇਖੋ ਇੱਕ ਨਗਰ ਵਿੱਚ ਮਹਾਰਾਜ ਗਏ, ਉੱਥੇ ਮੀਂਹ ਨਾ ਪਵੇ ਜੀ। ਮਹਾਰਾਜ ਕਹਿੰਦੇ ਵਾਹਿਗੁਰੂ ਜਪਿਆ ਕਰੋ। ਕਹਿਣ ਲੱਗੇ ਮਹਾਰਾਜ ਵਾਹਿਗੁਰੂ ਕੌਣ ਹੈ? ਸਾਨੂੰ ਤੇ ਉਹਦਾ ਪਤਾ ਹੀ ਨਹੀਂ ਹੈ। ਮਹਾਰਾਜ ਕਹਿੰਦੇ ਪਰਮੇਸ਼ਰ ਰੱਬ। ਕਹਿਣ ਲੱਗੇ ਜੀ ਇੱਥੋਂ ਦਾ ਪਰਮੇਸ਼ਰ ਤੇ ਰਾਜਾ ਹੀ ਹੈਗਾ ਜੀ, ਬਾਕੀ ਸਾਨੂੰ ਕਿਸੇ ਪਰਮੇਸ਼ਰ ਦਾ ਨਹੀਂ ਪਤਾ। ਉਹ ਰਾਜਾ ਕੀ ਕਰਦਾ ਸੀ? ਮੰਤਰ ਉਚਾਰਦਾ ਸੀ, ਇੰਦਰ ਨੂੰ ਖੁਸ਼ ਕਰਕੇ ਮੀਂਹ ਪਵਾਉਂਦਾ ਸੀਗਾ। ਮਹਾਰਾਜ ਨੇ ਕਿਰਪਾ ਕੀਤੀ, ਇੰਦਰ ਨੂੰ ਹੁਕਮ ਕਰਤਾ ਵੀ ਤੂੰ ਮੀਂਹ ਨਹੀਂ ਪਾਉਣਾ। ਹੁਣ ਇੰਦਰ ਤੇ ਮਹਾਰਾਜ ਦੇ ਹੁਕਮ 'ਚ ਸੀਗਾ। ਬੱਦਲਾਂ ਨੂੰ ਜਦੋਂ ਹੁਕਮ ਕੀਤਾ, ਮੇਘਾਂ ਨੂੰ ਫੁਰਮਾਨ ਹੋਆ ਵਰਸੋ ਕਿਰਪਾ ਧਾਰ। ਜੇ ਮੇਘ ਬੱਦਲ ਵਰਸਦੇ ਆ, ਗੁਰੂ ਸਾਹਿਬ ਦੇ ਹੁਕਮ 'ਚ ਵਰਸਦੇ ਆ, ਤੇ ਜੇ ਮਹਾਰਾਜ ਹੁਕਮ ਕਰ ਦੇਣ ਤੇ ਉਹ ਨਹੀਂ ਵੀ ਵਰਸਦੇ ਜੀ। ਕਹਿ ਦੇਣ ਨਾ ਵੀ ਨਹੀਂ ਵਰਸਣਾ ਤੇ ਉਹ ਨਹੀਂ ਵੀ ਵਰਸਦੇ। ਸੋ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਫਿਰ ਉਹਨਾਂ ਨੂੰ ਦੱਸਿਆ ਜੀ। ਰਾਜਾ ਜਦੋਂ ਹਾਰ ਅੰਬ ਗਿਆ, ਮਹਾਰਾਜ ਨੇ ਕਿਹਾ ਐਵੇਂ ਇਸ ਮਨੁੱਖ ਦੇ ਪਿੱਛੇ ਲੱਗੇ ਹੋ, ਵਾਹਿਗੁਰੂ ਦਾ ਨਾਮ ਜਪੋ, ਵਾਹਿਗੁਰੂ ਦਾ। ਕਹਿੰਦੇ ਮਹਾਰਾਜ ਸਾਨੂੰ ਤਾਂ ਪਤਾ ਹੀ ਨਹੀਂ ਵਾਹਿਗੁਰੂ ਕੌਣ ਹੈ। ਮਹਾਰਾਜ ਨੇ ਸਾਰੇ ਪਿੰਡ ਨੂੰ ਵਾਹਿਗੁਰੂ ਦੇ ਲੜ ਲਾਇਆ ਫਿਰਦੀ। ਜਿਹੜੇ ਰੱਬ ਨੂੰ ਜਾਣਦੇ ਹੀ ਨਹੀਂ ਸੀਗੇ, ਕਹਿਣ ਲੱਗੇ ਉਹਨਾਂ ਦਾ ਮਨ ਵੀ ਵਾਹਿਗੁਰੂ ਦੀਆਂ ਸਿਫਤਾਂ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਨੇ ਭਰ ਦਿੱਤਾ। ਕਰ ਤਾਰਨ ਪਾਪ ਉਤਾਰਨ ਕੋ ਗਨ ਦੰਭ ਛਪੈ ਸਵਤਾ ਕਰ ਤਾਰਨ। ਕਲਯੁਗ ਨੂੰ ਤਾਰਨ ਵਾਸਤੇ ਸਾਧ ਸੰਗਤ ਜੀ, ਪਾਪਾਂ ਨੂੰ ਦੂਰ ਕਰਨ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੰਗਤਾਂ ਨੂੰ ਨਾਮ ਦੀਆਂ ਦਾਤਾਂ ਬਖਸ਼ਿਸ਼ ਕੀਤੀਆਂ। ਹਾਂਜੀ। ਕਰ ਤਾਰਨ ਨਿਹਾਰ ਗੁਰੂ ਬਾਰ ਨਾਨਕ ਦਾਸ ਉਧਾਰਨ ਜਿਉ ਕਰ ਤਾਰਨ। ਕਹਿਣ ਲੱਗੇ ਜਿਵੇਂ ਸੂਰਜ ਚੜ੍ਹਦਾ ਹੈ ਤੇ ਤਾਰੇ ਛਿਪਦੇ ਆ, ਜਦੋਂ ਮਹਾਰਾਜ ਗਰੀਬ ਨਵਾਜ ਜੀ ਦਾ ਪ੍ਰਕਾਸ਼ ਹੋਇਆ ਨਾ ਜਗਤ ਵਿੱਚ, ਤੇ ਪਖੰਡੀ ਛੁਪ ਗਏ ਜੀ, ਸਭ ਦੂਰ ਹੋ ਗਏ। ਤੇ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਲੋਕਾਂ ਦਾ ਬੜਾ ਭਲਾ ਹੋਇਆ ਜੀ। ਵੇਖੋ ਕਿੱਥੇ ਕਿੱਥੇ ਸੰਗਤ ਜੀ ਗੁਰੂ ਨਾਨਕ ਸਾਹਿਬ ਗਏ, ਕਿਹੜੀਆਂ ਕਿਹੜੀਆਂ ਥਾਵਾਂ ਤੇ ਜਾ ਕੇ ਗੁਰੂ ਨਾਨਕ ਸਾਹਿਬ ਜੀ ਨੇ ਰਹਿਮਤਾਂ ਵਰਸਾਈਆਂ, ਬਖਸ਼ਿਸ਼ਾਂ ਕੀਤੀਆਂ। ਹਾਂਜੀ। ਸਵਈਆ ਬੰਦ ਨਾ ਹੋਤ ਸੁਨੇ ਉਪਦੇਸ਼ ਹਿਰਦੇ ਬਸ ਜਾਹੇ ਕਰੇ ਅਬ ਨੰਦਨ। ਹੁਣ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਮੰਗਲ ਕਰਦੇ ਕਵੀ ਸੰਤੋਖ ਸਿੰਘ ਜੀ। ਔਰ ਕਮਾਲ ਦੀ ਗੱਲ ਇਹ ਹੈ, ਇਸ ਸਵਈਏ ਦੇ ਵਿੱਚ ਬੰਧਨ ਸ਼ਬਦ ਹੀ ਮੁੱਖ ਰੱਖਿਆ ਜੀ, ਬੰਧਨ ਸ਼ਬਦ। ਤੇ ਉਹਨੂੰ ਘੁਮਾ ਕੇ ਕਈ ਅਰਥਾਂ ਦੇ ਨਾਲ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ, ਜਿਵੇਂ ਤਾਰਨ ਸ਼ਬਦ ਲਿਖਿਆ ਸੀਗਾ ਜੀ। ਕਹਿੰਦੇ ਆ ਗੁਰੂ ਸਾਹਿਬ ਜੀ ਦਾ ਜਿਹੜਾ ਉਪਦੇਸ਼ ਸੁਣ ਲਵੇ ਨਾ ਜੀ, ਗੁਰੂ ਅੰਗਦ ਸਾਹਿਬ ਜੀ ਦਾ,
ਮੁਕਤੀ ਪ੍ਰਾਪਤ ਹੋਣ ਵਾਸਤੇ ਕੋਈ ਰੁਕਾਵਟ ਉਹਨੂੰ ਪੈ ਹੀ ਨਹੀਂ ਸਕਦੀ ਜੀ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਕੋਈ ਰੁਕਾਵਟ ਪੈ ਹੀ ਨਹੀਂ ਸਕਦੀ ਜੀ। ਭਾਵ ਜਿਨੇ ਗੁਰੂ ਅੰਗਦ ਸਾਹਿਬ ਜੀ ਦੇ ਬਚਨ ਸੁਣ ਲਏ ਉਹਦੇ ਬੰਧਨ ਦੂਰ ਹੋ ਗਏ ਜੀ, ਉਹਦੀਆਂ ਰੁਕਾਵਟਾਂ ਦੂਰ ਹੋ ਗਈਆਂ। ਸੰਗਤ ਜੀ ਅਸੀਂ ਸੰਸਾਰੀ ਬੰਦੇ ਆ, ਹਰ ਕੰਮ ਕਰਦਿਆਂ ਬੰਧਨ ਪੈ ਜਾਂਦਾ, ਰੁਕਾਵਟ ਪੈ ਜਾਂਦੀ ਹੈ। ਤੇ ਉਹਨਾਂ ਰੁਕਾਵਟਾਂ ਨੂੰ ਦੂਰ ਕਰਨਾ ਹੋਵੇ ਨਾ ਤੇ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਨਾਮ ਜਪਿਆ ਕਰੋ। ਸਿਮਰੋ ਅੰਗਦ ਦੋਖ ਨਿਕੰਦਨ। ਦੋਖਾਂ ਕਰਕੇ ਰੁਕਾਵਟਾਂ ਪੈਂਦੀਆਂ ਨੇ, ਸਭ ਰੁਕਾਵਟਾਂ ਦੂਰ ਹੋ ਜਾਂਦੀਆਂ ਜੀ। ਜਿਨ੍ਹਾਂ ਨੇ ਮਹਾਰਾਜ ਗੁਰੂ ਅੰਗਦ ਸਾਹਿਬ ਜੀ ਦੇ ਮੁਖੋਂ ਉਪਦੇਸ਼ ਸੁਣ ਲਿਆ, ਪਰਮ ਗਤੀ ਮੁਕਤੀ ਪ੍ਰਾਪਤ ਕਰਨ ਵਾਸਤੇ ਫਿਰ ਕੋਈ ਰੁਕਾਵਟ ਨਹੀਂ ਆਈ ਜੀ ਉਹਨਾਂ ਅੱਗੇ। ਹਾਂਜੀ। ਨੰਦਨ ਫਿਰ ਸੋ ਛੰਦ ਬਿਲੰਦ ਬਿਲੋਚਨ ਸੁੰਦਰਤਾ ਅਰ ਬਿੰਦਨ। ਵਾਹ ਵਾਹ। ਵੇਖ ਲੋ ਕਵੀ ਸੰਤੋਖ ਸਿੰਘ ਜੀ ਦੇ ਰੋਮ ਰੋਮ ਵਿੱਚ ਸਤਿਗੁਰਾਂ ਦੇ ਪਰਥਾਏ ਸ਼ਰਧਾ ਭਰੀ ਹੈ। ਕਹਿੰਦੇ ਪਿਆਰਿਓ ਮੇਰੇ ਗੁਰੂ ਅੰਗਦ ਦੇਵ ਜੀ ਦੇ ਨੇਤਰ ਬੜੇ ਸੋਹਣੇ ਹੈ, ਮਹਾਰਾਜ ਦੇ ਨੇਤਰ ਬੜੇ ਸੋਹਣੇ ਹੈ। ਬਾਬਾ ਫੇਰੂ ਮੱਲ ਜੀ ਮਹਾਰਾਜ ਜੀ ਦੇ ਪਿਤਾ ਜੀ ਦਾ ਨਾਮ ਹੈ ਜੀ। ਨੰਦਨ ਫੇਰ ਸੋ ਛੰਦ ਬੇਲੰਦ ਬੇਲੋਚਨ ਸੁੰਦਰਤਾ ਅਰ ਬਿੰਦਨ। ਬਾਬਾ ਫੇਰੂ ਜੀ ਦੇ, ਬਾਬਾ ਫੇਰੂ ਮੱਲ ਜੀ ਦੇ ਪੁੱਤਰ ਸਾਧ ਸੰਗਤ ਜੀ, ਬਾਬਾ ਫੇਰੂ ਮੱਲ ਜੀ ਦੇ ਪੁੱਤਰ ਦੇ ਬੜੇ ਨੇਤਰ ਸੋਹਣੇ ਆ। ਭਾਵ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਕਿੱਡੇ ਸੋਹਣੇ ਆ। ਕਹਿਣ ਲੱਗੇ ਜਿਹੜਾ ਫਿਰ ਦਰਸ਼ਨ ਕਰ ਲੈਂਦਾ ਹੈ ਨਾ ਉਹਨੂੰ ਹੋਰ ਕਿਸੇ ਦੀ ਕਾਣ ਨਹੀਂ ਰਹਿੰਦੀ ਜੀ। ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਸੁਤੰਤਰ ਨੇ ਜੀ। ਭਾਵ ਮਹਾਰਾਜ ਨੂੰ ਕਿਸੇ ਦੀ ਕਾਣ ਨਹੀਂ ਹੈਗੀ ਜੀ। ਆਪਾਂ ਕਹਿੰਦੇ ਨਾ ਅਸੀਂ ਕਿਸੇ ਦੇ ਅਧੀਨ ਹੈ ਜੀ, ਸਾਡੇ ਉੱਤੇ ਇਹ ਹੈ, ਵੇਖੋ ਸਰਕਾਰ ਹੈ, ਕਈ ਕੁਝ ਹੈ। ਮਹਾਰਾਜ ਤੇ ਆਪ ਹੀ ਸੱਚੀ ਸਰਕਾਰ ਹਨ। ਹਾਂਜੀ। ਬਿੰਦਨ ਮੰਦ ਬਿਕਾਰ ਰਹਿ ਤਮ ਬ੍ਰਿੰਦ ਦੇ ਨਿੰਦਮ ਨਿੰਦਨ ਨਿਕੰਦਨ। ਕਹਿਣ ਲੱਗੇ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਨੈਣ ਬੜੇ ਸੁੰਦਰ ਹੈ। ਸੰਗਤ ਜੀ ਜਦੋਂ ਮਹਾਰਾਜ ਗੁਰੂ ਅੰਗਦ ਸਾਹਿਬ ਨੇ ਅੰਮ੍ਰਿਤ ਵੇਲੇ ਨਿਤਨੇਮ ਚੋਂ ਉੱਠ ਕੇ ਆਉਣਾ ਨਾ, ਰੋਗੀ ਮੰਜੇ ਤੇ ਪਾ ਕੇ ਲੋਕ ਰੋਗੀਆਂ ਨੂੰ ਲੈ ਕੇ ਆਉਂਦੇ ਸੀਗੇ। ਜਦੋਂ ਮਹਾਰਾਜ ਨੇ ਦ੍ਰਿਸ਼ਟੀ ਪਾਉਣੀ ਸਭ ਰੋਗੀਆਂ ਦੇ ਰੋਗ ਠੀਕ ਹੋ ਜਾਣੇ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਫਿਰ ਅੱਗੋਂ ਲਿਖਦੇ ਕਹਿੰਦੇ ਆ ਮਾੜੇ ਜਿੰਨੇ ਵੀ ਵਿਕਾਰ ਨਹੀਂ, ਬਿੰਦ ਮਾਤਰ ਵਿਕਾਰ ਨਹੀਂ ਉਸ ਬੰਦੇ ਵਿੱਚ ਰਹਿੰਦੇ ਜਿਹਨੂੰ ਗੁਰੂ ਅੰਗਦ ਦੇਵ ਮਹਾਰਾਜ ਜਿਹਦੇ ਵੱਲ ਵੇਖ ਲੈਣ ਜੀ, ਜਿਹਦੇ ਵੱਲ ਦ੍ਰਿਸ਼ਟੀ ਪਾ ਦੇਣ ਜੀ। ਹਾਂਜੀ। ਕੰਦ ਆਨੰਦ ਮੁਕੰਦ ਭਜੋ ਗੁਰ ਅੰਗਦ ਚੰਦ ਸਦਾ ਕਰ ਬੰਦਨ। ਇਸ ਕਰਕੇ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਨੰਦ ਦੇ ਬੱਦਲ ਨੇ ਜੀ। ਜਿਵੇਂ ਬੱਦਲ ਆਉਂਦਾ ਲੋਕਾਂ ਨੂੰ ਆਸ ਹੋ ਜਾਂਦੀ, ਮੀਂਹ ਪੈ ਜਾਂਦਾ। ਜਿਨ੍ਹਾਂ ਦੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕੀਤੇ, ਜਿਨ੍ਹਾਂ ਨੇ ਮਹਾਰਾਜ ਉਹਨਾਂ ਵਾਸਤੇ ਆਨੰਦ ਦੇ ਬੱਦਲ ਹੈ ਜੀ। ਬੱਦਲ ਨੇ। ਆਨੰਦ ਕੱਲਾ ਚੀਜ਼ਾਂ ਵਾਲਾ ਨਹੀਂ, ਅੰਦਰ ਨਾਮ ਦਾ ਆਨੰਦ ਜੀ। ਤੇ ਮੁਕਤੀ ਦੇ ਦਾਤੇ ਨੇ ਸੱਚੇ ਪਾਤਸ਼ਾਹ। ਤੇ ਕਹਿਣ ਲੱਗੇ ਆ ਕੰਦ ਆਨੰਦ ਮੁਕੰਦ ਭਜੋ ਗੁਰ ਅੰਗਦ ਚੰਦ ਸਦਾ ਕਰ ਬੰਦਨ। ਮਹਾਰਾਜ ਮੁਕਤੀ ਦੇ ਦਾਤੇ ਗੁਰੂ ਅੰਗਦ ਦੇਵ ਮਹਾਰਾਜ ਨੂੰ ਸਦਾ ਹੀ ਮੱਥਾ ਟੇਕਿਆ ਕਰੋ, ਸਦਾ ਮਹਾਰਾਜ ਦਾ ਯਾਦ ਸਿਮਰਨ ਕਰਿਆ ਕਰੋ, ਮਹਾਰਾਜ ਨੂੰ ਚੇਤੇ ਕਰਿਆ ਕਰੋ। ਪਿਆਰ ਨਾਲ ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ। ਹਾਂਜੀ। ਛਪੈ ਅਮਰ ਅਲੰਬ ਕਰ ਜਾਹੇ ਸਮਰ ਜੈ ਪਾਵਹਿ ਅਰ ਹਰ। ਸਾਧ ਸੰਗਤ ਜੀ ਅੱਗੋਂ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੀ ਸਿਫਤ ਕਰਦੇ ਭਾਈ ਸੰਤੋਖ ਸਿੰਘ ਜੀ। ਔਰ ਕਵੀ ਜੀ ਦੀ ਵੇਖੋ ਸ਼ਰਧਾ ਬੜੀ ਹੈ। ਕਵੀ ਸੰਤੋਖ ਸਿੰਘ ਜੀ ਵਰਗਾ ਸ਼ਰਧਾਲੂ ਨਹੀਂ ਜੇ ਕੋਈ ਹੈਗਾ ਹੋਰ। ਕਹਿੰਦੇ ਦੇਵਤੇ ਵੀ ਗੁਰੂ ਅਮਰਦਾਸ ਜੀ ਦਾ ਆਸਰਾ ਲੈ ਕੇ ਯੁੱਧ ਵਿੱਚ ਜੰਗ ਕਰਦੇ ਆ। ਤੁਸੀਂ ਕਹੋਗੇ ਉਹ ਕਿਵੇਂ? ਸਾਧ ਸੰਗਤ ਜੀ ਗੁਰੂ ਅਮਰਦਾਸ ਸਾਹਿਬ ਆਪ ਹੀ ਤੇ ਪਰਮੇਸ਼ਰ ਹਨ। ਤੇ ਇੱਕ ਹਿਸਾਬ ਨਾਲ ਫਿਰ ਗੁਰੂ ਅਮਰਦਾਸ ਸਾਹਿਬ ਜੀ ਦਾ ਹੀ ਆਸਰਾ ਲੈਂਦੇ ਆ ਨਾ। ਕਹਿੰਦੇ ਦੇਵਤੇ ਵੀ ਜਿਸ ਗੁਰੂ ਅਮਰਦਾਸ ਸਾਹਿਬ ਜੀ ਦਾ ਆਸਰਾ ਲੈ ਕੇ ਯੁੱਧ ਕਰਦੇ ਆ, ਵੈਰੀਆਂ ਦਾ ਨਾਸ਼ ਕਰਦੇ ਆ ਤੇ ਵੈਰੀਆਂ ਤੇ ਜਿੱਤ ਪ੍ਰਾਪਤ ਕਰਦੇ ਹਨ। ਹਰ ਨਿਤ ਲਾਵਹਿ ਧਿਆਨ ਗਿਆਨ ਪਾਵਹਿ ਮਨ ਉਰ ਧਰ। ਕਹਿਣ ਲੱਗੇ ਆ ਜਿਨ੍ਹਾਂ ਦਾ ਧਿਆਨ ਸ਼ਿਵ ਜੀ ਨਿਤ ਲਾਉਂਦਾ ਹੈ,
ਫਿਰ ਮੁਨੀ ਜਨ ਬੜੇ ਬੜੇ ਰੱਬ ਦੇ ਪਿਆਰੇ ਜਿਨ੍ਹਾਂ ਦਾ ਨਾਮ ਜਪਦੇ ਆ, ਉਹ ਕੌਣ ਹੈ? ਉਹ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹੀ ਹਨ ਜੀ। ਤੁਸੀਂ ਕਹੋਗੇ ਇਹ ਕਿਵੇਂ? ਪਿਆਰਿਓ, ਇੱਕ ਸਿੱਖ ਕਹਿੰਦਾ ਮੈਂ ਦੇਵੀ ਦੇ ਦਰਸ਼ਨ ਕਰਨੇ ਆ, ਤੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਲੰਘੇ ਦੇ ਕੋਲ ਆਇਆ ਤਾਂ ਉਹਨੂੰ ਦੇਵੀ ਦੇ ਦਰਸ਼ਨ ਹੋ ਗਏ ਜੀ। ਹਾਂਜੀ। ਧਰਨ ਭਜਨ ਬਿਦਤਾਏ ਸਭਨ ਮਹਿ ਵਿਆਪਿਓ ਸੰਸਾਰ। ਕਹਿਣ ਲੱਗੇ ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਇਸ ਧਰਤੀ ਤੇ ਆਪ ਰੱਬ ਵਾਹਿਗੁਰੂ ਪ੍ਰਗਟ ਹੋਏ ਆ, ਆਪ ਵਾਹਿਗੁਰੂ ਪ੍ਰਗਟ ਹੋਏ ਆ, ਔਰ ਦੂਜਿਆਂ ਨੂੰ ਮਹਾਰਾਜ ਨੇ ਆ ਕੇ ਦੱਸਿਆ ਭਾਈ ਵਾਹਿਗੁਰੂ ਦਾ ਸਿਮਰਨ ਕਰੋ, ਵਾਹਿਗੁਰੂ ਸਭਨਾਂ ਵਿੱਚ ਵਸਦਾ ਹੈ। ਹਾਂਜੀ। ਸ਼ਰਨ ਦਾਸ ਗਤ ਲਹਿਤ ਦਹਿਤ ਦੁਖ ਦੋਖਨ ਕੋ ਦਰ। ਫਿਰ ਜਿਹੜਾ ਸਿੱਖ ਮੇਰੇ ਗੁਰੂ ਅਮਰਦਾਸ ਸਾਹਿਬ ਜੀ ਦੀ ਸ਼ਰਨ ਵਿੱਚ ਚਲੇ ਜਾਵੇ ਤੇ ਉਹਨੂੰ ਕੀ ਮਿਲਦਾ ਜੀ? ਗੁਰੂ ਅਮਰਦਾਸ ਸਾਹਿਬ ਜੀ ਦੀ ਸ਼ਰਨ ਵਿੱਚ ਆ ਕੇ ਮੁਕਤੀ ਮਿਲਦੀ ਹੈ, ਮੁਕਤੀ ਮਿਲਦੀ ਹੈ। ਲਹਿਤ ਮੁਕਤੀ ਮਿਲਦੀ ਹੈ। ਦਹਿਤ ਦੁਖ ਦੋਖਨ ਕੋ ਦਰ। ਸੰਗਤ ਜੀ ਪਾਪ ਨਹੀਂ ਛੱਡਦੇ, ਪਾਪਾਂ ਦਾ ਫਲ ਭੁਗਤਣਾ ਪੈਂਦਾ ਜੇ, ਪਰ ਜਿਹੜੇ ਗੁਰੂ ਅਮਰਦਾਸ ਜੀ ਦੀ ਹਜ਼ੂਰੀ ਚਾਉਣ, ਜਿਨ੍ਹਾਂ ਤੇ ਗੁਰੂ ਅਮਰਦਾਸ ਜੀ ਦੀ ਮਿਹਰ ਹੋ ਜਾਵੇ, ਉਹਨਾਂ ਦੇ ਪਾਪ ਸਾੜੀ ਜਾਂਦੇ ਜੀ, ਪਾਪ ਨਾਸ ਹੋ ਜਾਂਦੇ ਉਹਨਾਂ ਦੇ। ਹਾਂਜੀ। ਦਰ ਦੇਤ ਬਤਾਏ ਸੋ ਮੁਕਤ ਕੋ ਹੋਏ ਪ੍ਰਸੀਦਤ ਚਿਤ ਸਿਮਰ। ਮਹਾਰਾਜ ਗਰੀਬ ਨਵਾਜ ਜੀ ਦੀ ਜਿਹੜਾ ਹਜ਼ੂਰੀ ਵਿੱਚ ਆਉਂਦਾ, ਸੱਚੇ ਪਾਤਸ਼ਾਹ ਨੂੰ ਮੁਕਤੀ ਦਾ ਰਾਹ ਦੱਸ ਦਿੰਦੇ ਜੀ, ਮੁਕਤੀ ਦਾ ਰਾਹ ਦੱਸਦੇ ਆ। ਕੀ ਦੱਸਦੇ ਆ ਭਾਈ? ਚਿੱਤ ਨੂੰ ਇਕਾਗਰ ਕਰਕੇ ਵਾਹਿਗੁਰੂ ਦਾ ਸਿਮਰਨ ਕਰੋ, ਪਰਮੇਸ਼ਰ ਦਾ ਭਜਨ ਕਰੋ। ਹਾਂਜੀ। ਮਰ ਜਨਮਨ ਕੋ ਸੰਕਟ ਕਟਤ ਜੈ 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 ਸ਼੍ਰੀ ਗੁਰ ਅਮਰ। ਵੇਖੋ ਕਵੀ ਸੰਤੋਖ ਸਿੰਘ ਜੀ ਦੱਸਦੇ, ਮਰ ਜਨਮਨ ਕੋ ਸੰਕਟ ਕਟਤ, ਜੰਮਣਾ ਮਰਣਾ, ਜੰਮਣਾ ਮਰਣਾ। ਜਨਮ ਮਰਨ ਦਾ ਬੜਾ ਵੱਡਾ ਸੰਕਟ ਹੈਗਾ ਜੀ। ਜਨਮ ਮਰਨ ਵਿੱਚ ਦੁੱਖ ਸਬਾਇਆ, ਬੜਾ ਵੱਡਾ ਦੁੱਖ। ਇੱਕ ਵਾਰੀ ਵੇਖੋ ਜਨਮ ਹੋਇਆ, ਕਿੰਨੇ ਦੁੱਖ ਨੇ ਜੀ, ਤੇ ਇਹੋ ਜਿਹੇ ਕਿੰਨੇ ਜਨਮ ਤੇ ਕਿੰਨੇ ਦੁੱਖ ਜੀ। ਇਹਨਾਂ ਜਨਮਾਂ ਮਰਨਾਂ ਦੇ ਦੁੱਖਾਂ ਨੂੰ ਕੱਟਣ ਵਾਲੇ ਨੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ। ਇਸ ਕਰਕੇ ਕਵੀ ਜੀ ਕਹਿੰਦੇ, ਸਿੱਖੋ ਬੜੇ ਪਿਆਰ ਦੇ ਨਾਲ ਗੁਰੂ ਅਮਰਦਾਸ ਜੀ ਦੀ ਜੈ ਜੈਕਾਰ ਕਰਿਆ ਕਰੋ। ਮਰ ਜਨਮਨ ਕੋ ਸੰਕਟ ਕਟਤ ਜੈ 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 ਸ਼੍ਰੀ ਗੁਰ ਅਮਰ। ਮਹਾਰਾਜ ਦੀ ਜੈ ਜੈਕਾਰ ਕਰਿਆ ਕਰੋ। ਕਹੋ ਪ੍ਰੇਮ ਨਾਲ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਮਹਾਰਾਜ ਗਰੀਬ ਨਵਾਜ ਸੰਕਟ ਕੱਟਣ ਵਾਲੇ ਹਨ। ਗੁਰ ਅਮਰਦਾਸ ਜਿਨ ਪਰਸਿਓ, ਵਾਹਿਗੁਰੂ ਗੁਰ ਅਮਰਦਾਸ ਜਿਨ ਸੇਵਿਓ, ਤਿਨ ਦੁਖ ਦਰਿਦਰ ਪਰ ਹਰ ਪਰੈ। ਹਾਂਜੀ। ਸਵਈਆ ਹਰ ਤਾਬਿਗ ਨਾਨ ਮਹਾ ਅਗ ਕੋ ਔਰ ਆਤਮ ਗਿਆਨ ਪ੍ਰਕਾਸ਼ਿਤ ਜਿਉ ਹਰ। ਹੁਣ ਸਾਧ ਸੰਗਤ ਦੀ ਗੁਰੂ ਰਾਮਦਾਸ ਸਾਹਿਬ ਜੀ ਦੀ ਵਡਿਆਈ ਗੱਜ ਕੇ ਪ੍ਰੇਮ ਨਾਲ ਕਹੋ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਬੜੇ ਬੜੇ ਵਿਘਨਾਂ ਦਾ ਨਾਸ਼ ਕਰਨ ਵਾਲੇ ਨੇ ਗੁਰੂ ਰਾਮਦਾਸ ਸਾਹਿਬ। ਬੜੇ ਬੜੇ ਪਾਪਾਂ ਦਾ ਨਾਸ਼ ਕਰਨ ਵਾਲੇ ਹੈ। ਆਤਮ ਗਿਆਨ ਨੂੰ ਪ੍ਰਕਾਸ਼ਿਤ ਕਰਨ ਵਾਲੇ, ਜਿਵੇਂ ਰੱਬ ਆਤਮ ਗਿਆਨ ਨੂੰ ਪ੍ਰਕਾਸ਼ ਕਰਦਾ ਨਾ, ਉਵੇਂ ਗੁਰੂ ਰਾਮਦਾਸ ਜੀ ਆਤਮ ਗਿਆਨ ਦਾ ਪ੍ਰਕਾਸ਼ ਕਰਨ ਵਾਲੇ ਹੈ। ਹਾਂਜੀ। ਹਰ ਦੇਤ ਬਸਾਹੇ ਸੁਦਾਸਨ ਕੇ ਕਮਲਾਸਨ ਧਿਆਵਤ ਜਾਹੇ ਭਜੇ ਹਰ। ਕਹਿਣ ਲੱਗੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਜੀ ਦਾ ਸਿਮਰਨ ਤੇ ਕਮਲਾਸਨ ਵੀ ਕਰਦਾ। ਕਮਲ ਦੇ ਆਸਣ ਤੇ ਬੈਠਣ ਵਾਲਾ ਬ੍ਰਹਮਾ, ਉਹ ਵੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਚੇਤੇ ਕਰਦਾ। ਮਹਾਰਾਜ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਸਿੱਖਾਂ ਨੂੰ ਨਾਮ ਦੀ ਦਾਤ ਦੇਣ ਵਾਲੇ ਹੈ। ਹਾਂਜੀ। ਹਰ ਬੰਸ ਵਿਖੇ ਅਵਤਾਰ ਪਏ ਹੱਥ ਰਾਵਣ ਕੋਲੇ ਸੰਗ ਚਮੂ ਹਰ। ਕਹਿਣ ਲੱਗੇ ਐ, ਪਹਿਲਾਂ ਸਾਧ ਸੰਗਤ ਜੀ ਰਘੂਬੰਸੀਆਂ ਦੀ ਕੁੱਲ ਵਿੱਚ ਤ੍ਰੇਤੇ ਯੁੱਗ ਦੇ ਵਿੱਚ ਸ਼੍ਰੀ ਰਾਮਚੰਦਰ ਜੀ ਰੱਬ ਦੇ ਅਵਤਾਰ ਹੋਏ ਆ, ਜਿਨ੍ਹਾਂ ਨੇ ਵਾਨਰਾਂ ਦੀ ਸੈਨਾ ਲੈ ਕੇ
ਰਾਵਣ ਨਾਲ ਯੁੱਧ ਕਰਕੇ ਉਹਨੂੰ ਮਾਰਿਆ ਸੀ। ਹਰ ਦਾਸ ਤਨੈ ਰਾਮਦਾਸ ਗੁਰੂ ਮ੍ਰਿਗ ਮੋਹ ਸਕਾਰਤ ਜੋ ਡਰ ਜੋ ਵੱਡ ਕੇ ਹਰ। ਪਰ ਕਹਿਣ ਲੱਗੇ ਉਹ ਤੇ ਤ੍ਰੇਤੇ ਯੁੱਗ ਚ ਸ਼੍ਰੀ ਰਾਮਚੰਦਰ ਹੋਏ ਆ, ਰਘੂਵੰਸ਼ੀਆਂ ਦੇ ਵਿੱਚ ਬਾਂਦਰਾਂ ਦੀ ਸੈਨਾ ਲੈ ਕੇ ਮਾਰਿਆ ਸੀਗਾ ਉਹਨਾਂ ਨੇ ਰਾਵਣ ਨੂੰ। ਪਰ ਕਲਯੁਗ ਦੇ ਵਿੱਚ ਬਾਬਾ ਹਰਦਾਸ ਜੀ ਦੇ ਘਰ ਵਿੱਚ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਆਏ ਹਨ। ਐਸੇ ਆਏ ਹਨ ਜਿਹੜੇ ਮੋਹ ਨੂੰ ਮਾਰ ਦਿੰਦੇ ਆ। ਵੇਖੋ ਰਾਮ ਜੀ ਦਾ ਜੰਗ ਹੋਇਆ ਮੋਹ ਕਰਕੇ ਹੋਇਆ, ਪਰ ਜਿਹੜਾ ਗੁਰੂ ਰਾਮਦਾਸ ਜੀ ਨੂੰ ਯਾਦ ਕਰਦਾ ਨਾ ਜੀ, ਮਹਾਰਾਜ ਸੱਚੇ ਪਾਤਸ਼ਾਹ ਉਹਦੇ ਮੋਹ ਨੂੰ ਮਾਰਦੇ ਜੀ। ਕਿਵੇਂ ਮਾਰਦੇ ਜੀ? ਕਹਿੰਦੇ ਮ੍ਰਿਗ ਮੋਹ ਸੰਘਾਰਤ ਜਿਉਂ ਵੱਡ ਕੇਹਰ। ਜਿਵੇਂ ਵੱਡਾ ਸ਼ੇਰ, ਕਹਿਰੀ ਸ਼ੇਰ ਹੁੰਦਾ, ਇੱਕ ਹੁੰਦਾ ਸ਼ੇਰ, ਇੱਕ ਹੁੰਦਾ ਬੱਬਰ ਸ਼ੇਰ, ਇੱਕ ਹੁੰਦਾ ਸਾਰਦੂਲ, ਇੱਕ ਹੁੰਦਾ ਕੇਰੀ ਸ਼ੇਰ। ਕਹਿੰਦੇ ਜਿਹੜਾ ਕੇਰੀ ਸ਼ੇਰ ਹੈ ਨਾ, ਜਿਵੇਂ ਕੇਰੀ ਸ਼ੇਰ ਹਿਰਣ ਨੂੰ ਮਿੰਟ 'ਚ ਮਾਰ ਸੁੱਟਦਾ, ਪਾੜ ਸੁੱਟਦਾ, ਐਵੇਂ ਹੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸਿੱਖਾਂ ਦੇ ਅੰਦਰੋਂ ਮੋਹ ਨੂੰ ਨਾਸ ਕਰ ਦਿੰਦੇ ਆ। ਲੱਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਭ ਪਰਵਾਰਿਆ। ਹਰ ਦਾਸ ਤਨੈ ਰਾਮਦਾਸ ਗੁਰੂ, ਹਰ ਦਾਸ ਤਨੈ ਰਾਮਦਾਸ ਗੁਰੂ ਮ੍ਰਿਗ ਮੋਹ ਸੰਘਾਰਤ ਜਿਉ ਵੱਡ ਕੇ ਹਰ। ਮਹਾਰਾਜ ਗਰੀਬ ਨਵਾਜ ਕਹਿਣ ਲੱਗੇ ਜਿਵੇਂ ਵੱਡਾ ਸ਼ੇਰ, ਕਹਿਰੀ ਸ਼ੇਰ ਬੜਾ ਬਲ ਵਾਲਾ ਹੁੰਦਾ ਜੀ। 100 ਸ਼ੇਰਾਂ ਦੀ ਤਾਕਤ ਇਕੱਠੀ ਕਰੋ, ਇੱਕ ਬੱਬਰ ਸ਼ੇਰ ਜੀ, ਤੇ 100 ਬੱਬਰ ਸ਼ੇਰ ਇਕੱਠੇ ਕਰੋ ਤੇ ਇੱਕ ਕਹਿਰੀ ਸ਼ੇਰ ਬਣਦਾ। ਕਹਿਰੀ ਸ਼ੇਰ ਵਾਲੀ ਤਾਕਤ ਜਿਹੜੀ ਹੁੰਦੀ, ਜਿਵੇਂ ਕਹਿਰੀ ਸ਼ੇਰ ਹਿਰਣ ਨੂੰ ਮਾਰ ਦਿੰਦਾ, ਐਵੇਂ ਗੁਰੂ ਰਾਮਦਾਸ ਮੇਰੇ ਸਤਿਗੁਰੂ ਮੋਹ ਨੂੰ ਮਾਰ ਦਿੰਦੇ ਆ। ਹਾਂਜੀ। ਕਬਿਤ ਅਰਜਨ ਸੁਨਤ ਸੋ ਦਾਸਨ ਕੋ ਦਾਨ ਦੇਤ ਮੋਹ ਕੇ ਬਿਦਾਰ ਬੇਕੁ ਬਾਗ ਅਸਰ ਅਰਜਨ। ਸਾਧ ਸੰਗਤ ਜੀ, ਅੱਗੋਂ ਹੁਣ ਪੰਚਮ ਗੁਰਦੇਵ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸਿਫਤ ਕਰਦੇ ਆ ਕਵੀ ਜੀ। ਔਰ ਇਸ ਕਬਿਤ ਦੇ ਵਿੱਚ ਅਰਜਨ ਸ਼ਬਦ ਹੀ ਮੁੱਖ ਰੱਖਣਾ ਉਹਨਾਂ ਨੇ। ਕਹਿੰਦੇ ਭਾਈ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕੈਸੇ ਆ? ਮਹਾਰਾਜ ਆਪਣੇ ਦਾਸਾਂ ਦੀਆਂ ਬੇਨਤੀਆਂ ਨੂੰ ਸੁਣਦੇ ਆ ਤੇ ਆਪਣੇ ਦਾਸਾਂ ਦੀਆਂ ਬੇਨਤੀਆਂ ਸੁਣ ਕੇ ਉਹਨਾਂ ਨੂੰ ਮਨ ਨਿੱਛੇ ਫਲ ਵੀ ਦਿੰਦੇ ਆ। ਮਹਾਰਾਜ ਜੀ ਦੀ ਸ਼ਹੀਦੀ ਦੀ ਜਦੋਂ ਕਥਾ ਆਉਂਦੀ ਹੈ ਨਾ, ਤੇ ਮਹਾਰਾਜ ਨੂੰ ਜਦੋਂ ਲਾਹੌਰ ਚੇਤਾ ਕੀਤਾ, ਲਾਹੌਰ ਸੱਦਿਆ ਗਿਆ, ਉਹ ਲਾਹੌਰ ਸੱਦ ਰਹੇ ਸਨ ਤੇ ਲਾਹੌਰ ਵਿੱਚ ਭਾਈ ਸਿੱਧੂ ਰਹਿੰਦਾ ਸੀ, ਬੜਾ ਗਰੀਬ। ਉਹਨੇ ਮਹਾਰਾਜ ਗੁਰੂ ਅਰਜਨ ਸਾਹਿਬ ਨੂੰ ਬੇਨਤੀ ਕਰਨੀ, ਮਹਾਰਾਜ ਕਿਰਪਾ ਕਰੋ, ਮੈਂ ਗਰੀਬ ਹਾਂ, ਕਿਤੇ ਮੇਰੇ ਘਰ ਵੀ ਚਰਨ ਪਾਓ। ਤੇ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਉਹਦੇ ਘਰ ਚਰਨ ਪਾਉਣ ਜਾਂਦੇ ਗਏ ਮਹਾਰਾਜ ਜੀ। ਵੇਖੋ ਆਪਣੇ ਦਾਸਾਂ ਦੀ ਅਰਦਾਸ ਕਿਵੇਂ ਪੂਰੀ ਕਰਦੇ। ਕਿਤੇ ਦਾਸ ਬਣ ਕੇ ਅਰਜ ਤੇ ਕਰੋ, ਅਰਜਨ ਅਰਜ ਤੇ ਕਰੋ ਸੱਚੇ ਪਾਤਸ਼ਾਹ ਜੀ ਦੇ ਅੱਗੇ। ਮਹਾਰਾਜ ਆਪਣੇ ਜਨਾਂ ਦੀ ਅਰਜ ਨੂੰ ਸੁਣਦੇ ਆ, ਪੂਰੀ ਕਰਦੇ ਆ। ਤੇ ਫਿਰ ਅਰਜਨ ਸੁਨਤ ਸੋ ਦਾਸਨ ਕੋ ਦਾਨ ਦੇਤ, ਸੇਵਕਾਂ ਨੂੰ ਦਾਨ ਦਿੰਦੇ ਆ। ਮੋਹ ਕੇ ਬਿਦਾਰ ਬੇਕੋ ਬਾਕ ਸਾਰੇ ਅਰਜਨ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਜਿਵੇਂ ਅਰਜਨ ਦੇ ਬਾਣ ਮੰਨੇ ਗਏ ਅਮੋਘ ਹੀ ਹੁੰਦੇ ਸੀ। ਮਹਾਭਾਰਤ ਵਿੱਚ ਜਦੋਂ ਅਰਜਨ ਬਾਣ ਚਲਾਉਂਦਾ ਸੀ ਤੇ ਸਾਧ ਸੰਗਤ ਉਹਦੇ ਬਾਣ, ਉਹਦੇ ਤੀਰ ਨਿਸ਼ਾਨੇ ਲੱਗਦੇ ਸਨ। ਕਹਿੰਦੇ ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਵੀ ਸਿੱਖਾਂ ਦੇ ਸਿੱਧਾ ਹਿਰਦੇ ਰੂਪੀ ਨਿਸ਼ਾਨੇ ਤੇ ਲੱਗਦੇ ਜੀ। ਤੇ ਮਹਾਰਾਜ ਦੇ ਬਚਨ ਅੰਦਰੋਂ ਮੋਹ ਨੂੰ ਕੱਢਣ ਵਾਲੇ ਆ। ਹਾਂਜੀ। ਅਰਜਨ ਜਸ ਬਸ ਤੀਰਨ ਸੰਤੋਖ ਸਿੰਘ ਜਹਾਂ ਕਹਾਂ ਜਾਨੀਅਤ ਮਨ ਉਤਰ ਅਰਜਨ। ਫਿਰ ਉਹ ਕਹਿੰਦੇ ਆ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦਾ ਜਸ ਕਵੀ ਸੰਤੋਖ ਸਿੰਘ ਦੱਸਦੇ ਆ। ਕਹਿੰਦੇ ਆ ਮਹਾਰਾਜ ਦਾ ਜਸ ਬੜਾ ਵੱਡਾ, ਬੜਾ ਵੱਡਾ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਕਿਵੇਂ ਦਾ? ਜਿਵੇਂ ਕਲਪ ਬ੍ਰਿਛ ਜਗਤ ਵਿੱਚ ਪ੍ਰਸਿੱਧ ਹੁੰਦਾ, ਉਵੇਂ ਮਹਾਰਾਜ ਦਾ ਜਸ ਵੀ ਬੜਾ ਵੱਡਾ। ਕਵੀ ਸੰਤੋਖ ਸਿੰਘ ਕਹਿੰਦੇ ਮੈਂ ਨਹੀਂ ਕਰ ਸਕਦਾ, ਮੈਂ ਤੇ ਕਹਿਣ ਵਾਲਾ ਇੱਕ ਨਿੱਕਾ ਜਿਹਾ ਢਾਡੀ ਆ। ਹਾਂਜੀ। ਅਰਜਨ ਭਏ ਗਨ ਮੁਖ ਪਦ ਲਏ ਤਿੰਨ ਸ਼ਾਮ ਘਨ ਤਨ ਹੋਏ ਤੇਰ ਤੋਰ ਜਮ ਲਾਰ ਜਨ। ਕਹਿਣ ਲੱਗੇ ਜਿਵੇਂ
ਸਾਧ ਸੰਗਤ ਜੀ ਸ਼੍ਰੀ ਕ੍ਰਿਸ਼ਨ ਜੀ ਉਹਨਾਂ ਨੇ ਯਮਲਾਰਜਨ ਬ੍ਰਿਛ ਨੂੰ ਪੁੱਟ ਸੁੱਟਿਆ ਸੀ ਤੇ ਉਹਨੂੰ ਮੁਕਤ ਕੀਤਾ ਸੀ। ਉਵੇਂ ਮਹਾਰਾਜ ਗੁਰੂ ਅਰਜਨ ਸਾਹਿਬ ਆਪਣੇ ਸੇਵਕਾਂ ਨੂੰ ਮੁਕਤ ਕਰਦੇ ਆ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਯਮਲਾਰਜਨ ਇੱਕ ਬ੍ਰਿਛ ਸੀਗਾ। ਸਾਧ ਸੰਗਤ ਇਹਦੇ ਦੋ ਬੂਟੇ ਲਾਗੋ ਲਾਗੀ ਲੱਗੇ ਸਨ। ਕਿੱਥੇ ਲੱਗੇ ਸਨ? ਸ਼੍ਰੀ ਕ੍ਰਿਸ਼ਨ ਜੀ ਦੇ ਘਰ ਵਿੱਚ। ਜਿੱਥੇ ਸ਼੍ਰੀ ਕ੍ਰਿਸ਼ਨ ਜੀ ਦਾ ਘਰ ਸੀ, ਮਾਤਾ ਜਸ਼ੋਦਾ ਦੇ ਘਰ ਵਿੱਚ ਗੋਕਲ ਵਿੱਚ ਲੱਗੇ ਸਨ। ਤੇ ਮਾਤਾ ਜਸ਼ੋਦਾ ਜੀ ਨੇ ਕੀ ਕੀਤਾ ਜੀ? ਦੋਵਾਂ ਬੂਟਿਆਂ ਦੇ ਨਾਲ ਕੱਪੜਾ ਬੰਨ੍ਹ ਕੇ ਪੰਘੂੜਾ ਬਣਾ ਦਿੱਤਾ ਤੇ ਪੰਘੂੜੇ ਵਿੱਚ ਕ੍ਰਿਸ਼ਨ ਜੀ ਨੂੰ ਪਾ ਦਿੱਤਾ। ਜਦੋਂ ਪੰਘੂੜੇ ਵਿੱਚ ਸ਼੍ਰੀ ਕ੍ਰਿਸ਼ਨ ਜੀ ਨੂੰ ਪਾ ਦਿੱਤਾ ਤੇ ਕ੍ਰਿਸ਼ਨ ਜੀ ਨੇ ਜ਼ੋਰ ਲਾਇਆ ਜੀ। ਹੁਣ ਹੈ ਤੇ ਅਵਤਾਰੀ ਪੁਰਸ਼ ਸਨ ਨਾ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕ੍ਰਿਤਾਰਥ ਕੀਓ। ਜ਼ੋਰ ਲਾਇਆ, ਬਚਪਨ ਵਿੱਚ ਨੇ, ਬਾਲ ਨੇ, ਪਰ ਦੋਵੇਂ ਬੂਟੇ ਪੁੱਟ ਸੁੱਟੇ ਜੀ। ਉਹ ਕੌਣ ਸਨ? ਅਸਲ ਵਿੱਚ ਉਹ ਕੁਬੇਰ ਦੇ ਪੁੱਤਰ ਸਨ, ਜਿਨ੍ਹਾਂ ਦਾ ਨਾਂ ਸੀ ਮਣੀਗ੍ਰੀਣ ਤੇ ਸਾਧ ਸੰਗਤ ਜੀ ਨਲ ਕਪੂਰ। ਇਹਨਾਂ ਨੂੰ ਨਾਰਦ ਨੇ ਸਰਾਪਿਆ ਸੀਗਾ ਤੇ ਬੂਟਿਆਂ ਦੀ ਜੂਨ ਭੁਗਤਦੇ ਸਨ। ਨਲ ਕੂਬਰ ਨਾਮ ਸੀਗਾ, ਮਣੀਗ੍ਰੀਣ ਤੇ ਨਲ ਕੂਬਰ ਬੂਟਿਆਂ ਦੀ ਜੂਨ ਭੁਗਤ ਰਹੇ ਸਨ ਤੇ ਕ੍ਰਿਸ਼ਨ ਜੀ ਨੇ ਇਹਨਾਂ ਨੂੰ ਜੂਨ ਤੋਂ ਰਹਿਤ ਕੀਤਾ ਸੀਗਾ। ਕਹਿਣ ਲੱਗੇ ਇਸੇ ਤਰ੍ਹਾਂ ਗੁਰੂ ਅਰਜਨ ਸਾਹਿਬ ਲੱਖਾਂ ਕਰੋੜਾਂ ਨੂੰ ਮੁਕਤੀ ਦਿੰਦੇ ਆ ਸੱਚੇ ਪਾਤਸ਼ਾਹ। ਜਪਿਓ ਜਿਨੇ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਹਾਂਜੀ। ਅਰਜ ਨ ਜਾਣਿਓ ਜਾਏ ਕੇ ਤੋ ਹੈ ਵਿਧਾਰ ਤੇਰੋ, ਐਸੋ ਰੂਪ ਧਾਰ ਆਏ ਰਾਜਾ ਗੁਰ ਅਰਜਨ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਕਹਿਣ ਲੱਗੇ ਅਰਜ ਨਾ ਜਾਏ, ਅਰਜ ਨਾ ਜਾਣਿਓ ਜਾਏ ਕੇ ਤੋ ਹੈ ਵਿਧਾਰ ਤੇਰੋ। ਮਹਾਰਾਜ ਗੁਰੂ ਅਰਜਨ ਸਾਹਿਬ ਕੋਈ ਪ੍ਰਮਾਣ ਨਹੀਂ ਲਾਇਆ ਜਾ ਸਕਦਾ ਤੁਸੀਂ ਕਿੰਨੇ ਵੱਡੇ ਹੋ, ਕਿੰਨਾ ਵੱਡਾ ਤੁਹਾਡਾ ਵਿਸਥਾਰ ਹੈ। ਭੱਟ ਜੀ ਕਹਿੰਦੇ ਆ ਨਾ, ਧਰਨ ਗਗਨ, ਧਰਤੀ ਤੇ ਆਕਾਸ਼, ਧਰਨ ਗਗਨ ਫਿਰ ਨੌ ਖੰਡ, ਧਰਨ ਗਗਨ ਨਭ ਖੰਡ ਮਹਿ ਜੋਤ ਸਵਰੂਪੀ ਰਹਿਓ ਭਰ। ਹੇ ਗੁਰੂ ਅਰਜਨ ਸਾਹਿਬ ਤੁਸੀਂ ਜੋਤ ਰੂਪ ਹੋ ਕੇ ਵਿਚਰ ਰਹੇ ਹੋ। ਤੇ ਇੱਥੇ ਕਹਿੰਦੇ ਮਹਾਰਾਜ ਕੋਈ ਪ੍ਰਮਾਣ ਥੋੜੀ, ਤੁਸੀਂ ਕਿੰਨੇ ਵੱਡੇ ਹੋ। ਬਸ ਇਹ ਹੈ ਵੀ ਮਹਾਰਾਜ ਤੁਹਾਡਾ ਵਿਸਥਾਰ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਮੁਖ ਤੋਂ ਇਹੋ ਹੀ ਕਿਹਾ ਜਾ ਸਕਦਾ, ਕਹੋ ਸਾਰੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਹਾਂਜੀ। ਚਿਤ੍ਰਪਤਾ ਛੰਦ ਸੁਰ ਸੁਰਨ ਕੇ ਹਨ ਕਰੇ ਚਿਤ, ਅਨਤ ਪੇ ਬਨ ਕੇ ਤਨ ਸੂਰ। ਸਾਧ ਸੰਗਤ ਜੀ ਅੱਗੋਂ ਲਿਖਦੇ ਆ, ਸੂਰ ਸੁਰਾਨ ਕੇ ਹਨ ਕਰੇ ਚਿਤ, ਆਨਨ ਕੇ ਭਨ। ਵਾਹਿਗੁਰੂ ਆਨਤ ਭੇ ਬਨ ਕੇ ਤਨ ਸੂਰ। ਦੇਵਤਿਆਂ ਨੂੰ ਹਾਨੀ ਦੇਣ ਵਾਲੇ ਦੈਂਤਾਂ ਤੋਂ, ਜਿਵੇਂ ਵਿਸ਼ਨੂੰ ਵਰਾਹ ਰੂਪ ਧਾਰ ਕੇ ਪ੍ਰਿਥਵੀ ਤੇ ਆਏ, ਦੇਵਤਿਆਂ ਨੂੰ ਹਰਾਉਂਦੇ ਸਨ ਦੈਂਤ। ਸੂਰ ਸੁਰਾਨਨ ਕੇ ਹਾਨ ਕਰੇ ਛਿਤ। ਤੇ ਸਾਧ ਸੰਗਤ ਦੀ ਧਰਤੀ ਲੁੱਟ ਕੇ ਲੈ ਚੱਲੇ ਸੀ ਸਾਰੀ, ਭਾਵ ਧਰਤੀ ਦੇ ਮਾਲਕ ਬਣ ਗਏ ਸੀ ਦੈਂਤ। ਵਿਸ਼ਨੂੰ ਜੀ ਉਦੋਂ ਵਰਾਹ ਰੂਪ ਧਾਰਨ ਕਰਕੇ ਧਰਤੀ ਨੂੰ ਆਜ਼ਾਦ ਕਰਾਇਆ। ਇਸੇ ਤਰ੍ਹਾਂ ਸੂਰਤ ਸੁੰਦਰ ਜੋ ਸਿਮਰੈ, ਔਰ ਮੈਂ ਤਤ ਗਿਆਨ ਲਹੈ ਮਤ ਸੂਰ। ਹੇ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ, ਵਾਹਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਤੁਸੀਂ ਵੀ ਇਸ ਧਰਤੀ ਤੇ ਦੁਸ਼ਟਾਂ ਨੂੰ ਸੋਧਾ ਲਾਉਣ ਵਾਸਤੇ ਆਏ ਹੋ। ਸੋਧਾ ਲਾਉਣ ਵਾਸਤੇ ਤੁਹਾਡਾ ਅਵਤਾਰ ਹੋਇਆ। ਤੁਹਾਡਾ ਚਿਹਰਾ ਬੜਾ ਸੁੰਦਰ ਹੈ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜਿਹੜਾ ਆਪ ਜੀ ਨੂੰ ਚੇਤੇ ਕਰਦਾ ਹੈ ਨਾ, ਉਹਦੇ ਅੰਦਰ ਚੰਗੀ ਮੱਤ ਆ ਜਾਂਦੀ ਹੈ। ਔਰ ਮੈਂ ਤਤ ਗਿਆਨ ਲਹੈ ਮਤ ਸੂਰ, ਸੂਰਮਿਆਂ ਵਾਲੀ ਚੰਗੀ ਮੱਤ ਆ ਜਾਂਦੀ। ਆਪਾਂ ਰੋਜ਼ ਪੜ੍ਹਦੇ ਨਾ, ਕੀ ਪੜ੍ਹਦੇ ਆ? ਗੁਰੂ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ, ਚੰਗੀ ਮੱਤ ਦਾ ਪ੍ਰਕਾਸ਼ ਕਰਨ ਵਾਲੇ। ਕਿਤੇ ਮਨ ਵਿਸ਼ੇ ਵਿਕਾਰਾਂ ਵੱਲ ਜਾ ਰਿਹਾ ਹੋਵੇ ਤੇ ਗੱਜ ਕੇ 2-3 ਵਾਰੀ ਕਹਿ ਦਿਓ ਨਾ, ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ।
ਕਾਮ ਕ੍ਰੋਧ ਵਿਸ਼ੇ ਵਿਕਾਰ ਤੇ ਅੰਦਰੋਂ ਭੱਜ ਹੀ ਜਾਂਦੇ ਜੀ, ਡਰਦੇ ਆ ਨਾ ਮਹਾਰਾਜ ਤੋਂ। ਹਾਂਜੀ। ਸੂਰ ਗਹਿ ਕਰ ਮੈਂ ਰਣ ਕੇ ਪ੍ਰਿਯ ਨਿੰਦਕ, ਜੇ ਦੁਖ ਪਾਏ ਬੇਸੂਰ। ਮਹਾਰਾਜ ਗਰੀਬ ਨਵਾਜ, ਸੂਰਮਿਆਂ ਨੂੰ ਤੇ ਤੁਸੀਂ ਬੜੇ ਚੰਗੇ ਲੱਗਦੇ ਹੋ, ਸਿੱਖਾਂ ਨੂੰ ਤੇ ਬੜੇ ਚੰਗੇ ਲੱਗਦੇ ਹੋ, ਪਰ ਜਿਹੜੇ ਨਿੰਦਕ ਹੈ ਮਹਾਰਾਜ ਉਹ ਦੁੱਖ ਪਾਉਂਦੇ, ਤੁਹਾਡਾ ਜਸ ਵੇਖ ਕੇ ਕਸ਼ਟ ਪਾਉਂਦੇ ਆ। ਸੱਚੇ ਪਾਤਸ਼ਾਹ ਤੁਸੀਂ ਰਣ ਖੇਤਰ ਦੇ ਪਿਆਰੇ ਹੋ। ਹਾਂਜੀ। ਸੂਰ ਬਿਸਾਲ ਕਿਰਪਾਲ ਗੁਰੂ ਹਰ ਗੋਬਿੰਦ ਜੀ ਤਮ ਸ਼ਤਰਨ ਸੂਰ। ਜਦੋਂ ਸ਼ਸਤਰ ਹੱਥ ਵਿੱਚ ਧਾਰਨ ਕਰਕੇ ਰਣ ਖੇਤਰ 'ਚ ਜਾਂਦੇ ਬੜੇ ਚੰਗੇ ਲੱਗਦੇ ਹੋ। ਤੇ ਸੂਰ ਬਿਸਾਲ ਕਿਰਪਾਲ ਗੁਰੂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ, ਤੁਸੀਂ ਸੂਰਮੇ ਵੀ ਬੜੇ ਵੱਡੇ। ਹੇ ਗੁਰੂ ਹਰਗੋਬਿੰਦ ਸਾਹਿਬ, ਤੁਸੀਂ ਦਿਆਲੂ ਵੀ ਬੜੇ ਵੱਡੇ, ਕਿਰਪਾਲੂ ਵੀ ਬੜੇ ਵੱਡੇ। ਸੂਰ ਬਿਸਾਲ ਕਿਰਪਾਲ ਗੁਰੂ ਹਰਗੋਬਿੰਦ ਜੀ ਤਮ ਸ਼ਸਤਰਨ ਸੂਰ। ਮਹਾਰਾਜ ਗਰੀਬ ਨਵਾਜ ਆਪ ਕਿਰਪਾਲੂ ਹੋ, ਵੈਰੀਆਂ ਵਾਸਤੇ ਤੁਸੀਂ ਮਹਾਰਾਜ ਸੂਰਜ ਵਾਂਗੂ ਹੋ। ਵੈਰੀ ਹਨੇਰੇ ਵਰਗੇ ਆ, ਜਿਵੇਂ ਸੂਰਜ ਚੜ੍ਹਦਾ ਹਨੇਰਾ ਭੱਜਦਾ, ਵੈਰੀ ਤੇ ਅੱਗੇ ਲੱਗ ਕੇ ਭੱਜ ਉੱਠਦੇ ਆ। ਤੇ ਕਿਰਪਾਲੂ ਕਿੰਨੇ, ਮੈਂ ਇੱਕ ਗੱਲ ਕਹਿ ਕੇ ਅੱਗੇ ਤੁਰਦਾ। ਸਾਧ ਸੰਗਤ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਤੁਰੇ ਜਾ ਰਹੇ ਜੀ, ਬਾਰਾਮੂਲਾ ਦੀ ਧਰਤੀ ਹੈ। ਤੇ ਰੂੜੀ ਤੇ ਕਿਸੇ ਨੇ ਬੱਚਾ ਸੁੱਟਿਆ ਜੰਮਦਾ, ਉਹਦੇ ਰੋਣ ਦੀ ਆਵਾਜ਼ ਆਉਂਦੀ। ਤੇ ਗੁਰੂ ਹਰਗੋਬਿੰਦ ਸਾਹਿਬ ਜਾ ਰਹੇ ਘੋੜੇ ਤੇ ਮਹਾਰਾਜ ਨੇ ਘੋੜਾ ਰਕਾਇਆ। ਮਹਾਰਾਜ ਪੁੱਛਦੇ, ਮਹਾਰਾਜ ਕਹਿੰਦੇ ਕੌਣ ਹੈ ਭਾਈ? ਇਉਂ ਲੱਗਦਾ ਜਿਵੇਂ ਇਨਸਾਨੀ ਬੱਚਾ ਰੋ ਰਿਹਾ। ਸਿੱਖ ਗਿਆ, ਰੂੜੀ ਤੇ ਬੱਚਾ ਪਿਆ ਸੀ ਤੇ ਜੰਮਦੇ ਦੇ 2 ਦੰਦ ਬਾਹਰ ਸਨ। ਕਹਿੰਦੇ ਮਹਾਰਾਜ ਬੜਾ ਕੁਥਰਾ ਹੈ। ਕੁਥਰਾ ਵੇਖ ਕੇ ਸੁੱਟਤਾ ਕਿਸੇ ਨੇ। ਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦਇਆ ਦੇ ਘਰ ਵਿੱਚ ਆਏ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨਹੀਂ ਪਿਆਰਿਓ, ਕੁਥਰਾ ਨਹੀਂ ਕਹਿਣਾ, ਇਹਨੂੰ ਸੁਥਰਾ ਕਹਿਣਾ ਹੈ। ਇਹ ਗੁਰੂ ਘਰ ਦਾ ਸੁਥਰਾ ਹੋਏਗਾ, ਇਹਨੂੰ ਨਾਲ ਲੈ ਚੱਲੋ। ਭਾਈ ਸੁਥਰਾ ਜੀ 10ਵੇਂ ਪਾਤਸ਼ਾਹ ਤੱਕ ਗੁਰੂ ਘਰ ਦੀ ਸੇਵਾ ਕਰਦੇ ਰਹੇ ਸੰਗਤ ਜੀ। ਇਹ ਤੇ ਇੱਕ ਗੱਲ ਹੈ, ਪਤਾ ਨਹੀਂ ਗੁਰੂ ਹਰਗੋਬਿੰਦ ਸਾਹਿਬ ਦੀ ਦਿਆਲਤਾ ਦੇ ਕਿੰਨੇ ਕੁ ਪ੍ਰਸੰਗ ਨੇ। ਤੇ ਜੇ ਸੂਰਮਤਾਈ ਦੀ ਗੱਲ ਕਰੀਏ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੂਰਮਤਾਈ ਦੇ ਵੀ ਬੜੇ ਪ੍ਰਸੰਗ ਨੇ ਜੀ। ਹਾਂਜੀ। ਸਵਈਆ ਤਾਰਾ ਬਿਲੋਚਨ ਸੋਚਨ ਮੋਚਨ, ਦੇਖ ਬਿਸ਼ੇਖ ਬਿਸੈ ਬਿਸਤਾਰਾ। ਹੁਣ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੀ ਵਡਿਆਈ ਕਰਦੇ ਕਵੀ ਸੰਤੋਖ ਸਿੰਘ ਜੀ। ਇਹਦੇ ਵਿੱਚ ਤਾਰਾ ਤਾਰਾ ਸ਼ਬਦ ਲਿਖਿਆ, ਜਿਵੇਂ ਉਹਦੇ 'ਚ ਸੂਰ ਸੀ ਨਾ ਸ਼ਬਦ, ਇਹਦੇ 'ਚ ਤਾਰਾ ਤਾਰਾ ਸ਼ਬਦ ਹੈ। ਕਹਿੰਦੇ ਆ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨੇਤਰਾਂ ਦੀਆਂ ਜਿਹੜੀਆਂ ਪੁਤਲੀਆਂ ਨੇ, ਭਾਵ ਗੁਰੂ ਹਰਿਰਾਏ ਸਾਹਿਬ ਜੀ ਦੇ ਨੇਤਰਾਂ ਵੱਲ ਹੀ ਕੋਈ ਵੇਖ ਲਏ ਨਾ, ਤੇ ਗੁਰੂ ਹਰਿਰਾਏ ਸਾਹਿਬ ਜੀ ਦੇ ਵਿੱਚ ਇੰਨੀ ਵੱਡੀ ਬਖਸ਼ਿਸ਼ ਹੈ। ਮਹਾਰਾਜ ਜੀ ਦੇ ਦਰਸ਼ਨ ਕਰਦਿਆਂ ਸਾਰ ਸਭ ਫਿਕਰਾਂ ਹੀ ਦੂਰ ਹੋ ਜਾਂਦੀਆਂ ਜੀ। ਬੜੀ ਵੱਡੀ ਗੱਲ ਹੈ। ਹਰ ਬੰਦਾ ਚਿੰਤਤ ਹੈ, ਲੱਭਦਾ ਵੀ ਮੈਂ ਕੋਈ ਐਸਾ ਸੁਣਾ, ਮੈਂ ਕਿਸੇ ਐਸੇ ਦੇ ਕੋਲ ਜਾਵਾਂ ਜਿਹਦੇ ਕੋਲ ਜਾ ਕੇ ਮੇਰੀਆਂ ਫਿਕਰਾਂ ਦੂਰ ਹੋ ਜਾਣ, ਕੁਝ ਸਮਾਂ ਤੇ ਸ਼ਾਂਤੀ ਆਵੇ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਦਰਸ਼ਨ ਕਰਕੇ ਸਭ ਫਿਕਰਾਂ ਦੂਰ ਹੋ ਜਾਂਦੀਆਂ ਹਨ। ਤਾਰਾ ਪਵੋਦਤ ਤੇ ਜਨ ਕੋ ਗਨ, ਕੀਰਤ ਸੇਤ ਕਰੀ ਬਿਸਤਾਰਾ। ਕਹਿਣ ਲੱਗੇ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੇ ਦਰਸ਼ਨ ਸੁੱਖ ਦੇਣ ਵਾਲੇ ਹੈ। ਮਹਾਰਾਜ ਨੂੰ ਗੌ ਨਾ ਤੱਕਣ ਨਾਲ ਵਕਾਰਾਂ ਦਾ ਜ਼ਹਿਰ ਅੰਦਰੋਂ ਨਿਕਲ ਜਾਂਦਾ ਜੀ। ਦੇਖ ਵਿਸ਼ੇਖ ਵਿਖੈ ਬਿਸਤਾਰਾ, ਟਲ ਜਾਂਦਾ ਵਕਾਰਾਂ ਦਾ ਜ਼ਹਿਰ, ਭਾਵ ਵਕਾਰ ਭੁੱਲ ਜਾਂਦੇ, ਨਿਕਲ ਜਾਂਦੇ ਅੰਦਰੋਂ। ਤੇ ਫਿਰ ਤਾਰਾ ਪਵੋਦਤ ਤੇ ਜਨ ਕੋ ਗਨ, ਕੀਰਤ ਸੇਤ ਕਰੀ ਬਿਸਤਾਰਾ। ਕਹਿਣ ਲੱਗੇ ਭਾਈ ਮਹਾਰਾਜ ਗੁਰੂ ਹਰਿਰਾਏ ਸਾਹਿਬ ਜੀ ਨੇ ਵਾਹਿਗੁਰੂ ਦੀ ਕੀਰਤੀ ਦਾ ਪੁੱਲ ਬਣਾ ਦਿੱਤਾ, ਜਿਹਦੇ ਰਾਹੀਂ ਆਪਣੇ ਸੇਵਕਾਂ ਨੂੰ ਮਹਾਰਾਜ ਗੁਰੂ ਹਰਿਰਾਏ ਸਾਹਿਬ ਜੀ ਨੇ ਭਵੋਦਕ ਸੰਸਾਰ ਰੂਪੀ ਭਵ ਸਾਗਰ ਤੋਂ ਤਾਰ ਦਿੱਤਾ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਨੇ ਸਿੱਖਾਂ ਨੂੰ ਕਿਹਾ ਸੀ ਨਾ, ਸਿੱਖੋ ਜੋ ਸਿੱਖ ਗੁਰਬਾਣੀ ਭੈ ਕਰੈ, ਬਿਨ ਪ੍ਰਯਾਸ ਭਵ ਸਾਗਰ ਤਰੈ।
ਇਤਿਹਾਸ 'ਚ ਬੋਲ ਆਉਂਦੇ। ਜਿਹੜਾ ਗੁਰੂ ਦੀ ਬਾਣੀ ਦਾ ਭੈ ਕਰੇਗਾ, ਬਿਨਾਂ ਕਿਸੇ ਯਤਨ ਤੋਂ ਹੀ ਭਵ ਸਾਗਰ ਤੋਂ ਤਰ ਜਾਏਗਾ। ਹਾਂਜੀ। ਤਾਰਾ ਮਲੇਛਨ ਕੇ ਮਤ ਕੋ ਉਦਤੇ ਦਿਨ ਨਾਥ ਜਥਾ ਨਿਸਤਾਰਾ। ਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਕੈਸੇ ਹੈ, ਮਲੇਸ਼ਾਂ ਦੀ ਮਤ ਨੂੰ ਤਾੜਨਾ ਕਰਨ ਵਾਲੇ ਆ। ਤੇ ਜਿਵੇਂ ਸੂਰਜ ਦੇ ਚੜ੍ਹਨ ਨਾਲ ਤਾਰਿਆਂ ਨੂੰ ਘਬਰਾਹਟ ਹੁੰਦੀ ਹੈ, ਐਵੇਂ ਮਹਾਰਾਜ ਦਾ ਜਸ ਵੇਖ ਕੇ ਦੁਸ਼ਟਾਂ ਵੈਰੀਆਂ ਨੂੰ ਵੀ ਘਬਰਾਹਟਾਂ ਹੁੰਦੀਆਂ ਸੀਗੀਆਂ ਜੀ, ਹੁਣ ਵੀ ਹੁੰਦੀਆਂ ਨੇ। ਵੇਖੋ ਮਹਾਰਾਜ ਨੇ ਫੌਜ ਰੱਖੀ ਸੀ 2200 ਘੋੜਸਵਾਰ, ਠਾਠ ਬਾਠ ਸੀ ਰਾਜੇ ਮਹਾਰਾਜਿਆਂ ਵਾਲਾ। ਹਾਂਜੀ। ਤਾਰਾ ਹਿਰਦੈ ਉਪਦੇਸ਼ ਦਾ ਖੋਲਤ। ਧੰਨ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜਿਹਨੂੰ ਉਪਦੇਸ਼ ਦਿੰਦੇ ਆ ਨਾ, ਉਹਦੇ ਹਿਰਦੇ ਰੂਪੀ ਤਾਲਾ ਖੋਲ ਦਿੰਦੇ ਆ। ਨਾਨਕ ਗੁਰ ਬਿਨ ਮਨ ਕਾ ਤਾਕ ਨਾ ਉਗੜੈ, ਅਵਰ ਨਾ ਕੁੰਜੀ ਹੱਥ, ਮਨ ਨੂੰ ਤਾਲਾ ਲੱਗਾ। ਜਿਹੜਾ ਬਾਣੀ ਪੜਨ ਨੂੰ ਜੀ ਨਹੀਂ ਕਰਦਾ। ਕਈ ਵਾਰੀ ਸੰਗਤ ਜੀ ਐਸਾ ਮੌਕਾ ਬਣ ਜਾਂਦਾ ਹੈ, ਬਾਣੀ ਪੜਨ ਨੂੰ ਜੀ ਨਹੀਂ ਕਰੇਗਾ, ਕਥਾ ਸੁਣਨ ਨੂੰ ਵੀ ਜੀ ਨਹੀਂ ਕਰੇਗਾ। ਕਿਉਂ? ਮਨ ਨੂੰ ਤਾਲਾ ਲੱਗ ਜਾਂਦਾ। ਗੁਰੂ ਹਰਿਰਾਏ ਸਾਹਿਬ ਕਿਰਪਾ ਕਰਦੇ ਆ, ਹਿਰਦੇ ਦੇ ਤਾਲੇ ਨੂੰ ਖੋਲਣ ਵਾਲੇ ਆ। ਸ਼੍ਰੀ ਹਰਿ ਰਾਏ ਕਰੇ ਨਿਸਤਾਰਾ। ਧੰਨ ਗੁਰੂ ਹਰਿਰਾਏ ਸਾਹਿਬ ਨਿਸਤਾਰਾ ਕਰਦੇ ਆ, ਭਲਾ ਕਰਦੇ ਆ, ਪਾਰ ਉਤਾਰਾ ਕਰਦੇ ਆ। ਤੇ ਕਵੀ ਜੀ ਲਿਖਦੇ ਆ, ਆਪਾਂ ਵੀ ਹੱਥ ਜੋੜੀਏ, ਪਿਆਰ ਨਾਲ ਹੱਥ ਜੋੜੋ ਭਾਈ, ਹੱਥ ਜੋੜ ਕੇ ਉੱਤੇ ਕਰਕੇ ਜੋੜੋ, ਹੱਥ ਜੋੜ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਅਰਦਾਸ ਕਰੋ, ਮਹਾਰਾਜ ਸਾਡਾ ਵੀ ਪਾਰ ਉਤਾਰਾ ਕਰ ਦਿਓ। ਤਾਰਾ ਹਿਰਦੈ ਉਪਦੇਸ਼ਤ ਦੈ, ਵਾਹਿਗੁਰੂ ਤਾਰਾ ਹਿਰਦੈ ਉਪਦੇਸ਼ ਦੈ ਖੋਲਤ। ਸ਼੍ਰੀ ਹਰਿ ਰਾਏ ਕਰੇ ਨਿਸਤਾਰਾ। ਮਹਾਰਾਜ ਗਰੀਬ ਨਵਾਜ ਸਾਡਾ ਨਿਸਤਾਰਾ ਕਰ ਦਿਓ। ਚੌਪਈ। ਸ਼੍ਰੀ ਸਤਿਗੁਰ ਪੂਰਨ ਹਰਿ ਕ੍ਰਿਸ਼ਨ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਅੱਗੋਂ ਮੰਗਲ ਕਰਦੇ ਆ। ਕ੍ਰਿਸ਼ਨ ਹੀ ਸ਼ਬਦ ਦੇ ਵਿੱਚ ਬਾਰ-ਬਾਰ ਲਿਖਦੇ ਆ, ਕਹਿੰਦੇ ਆ ਗੁਰੂ ਹਰਿਕ੍ਰਿਸ਼ਨ ਸਾਹਿਬ ਪੂਰੇ ਹਨ, ਪੂਰੇ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਪੂਰਨ ਸਤਿਗੁਰੂ ਹਨ। ਕ੍ਰਿਸ਼ਨ ਵਰਤਮਾ ਬਨ ਅਗ ਕ੍ਰਿਸ਼ਨ। ਕਹਿਣ ਲੱਗੇ ਪਾਪਾਂ ਰੂਪੀ ਕਾਲੇ ਬਨ ਨੂੰ ਸਾੜਨ ਵਾਸਤੇ ਅਗਨੀ ਦੇ ਸਮਾਨ ਹੈ। ਜਿਵੇਂ ਵਣ ਜੰਗਲ ਸੜ ਜਾਂਦਾ ਨਾ ਅੱਗ ਨਾਲ, ਪਾਪ ਜਿਹੜੇ ਇਕੱਠੇ ਹੁੰਦੇ, ਜੇ ਮੇਰੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਿਹਰ ਕਰ ਦੇਣ ਸਾਰੇ ਹੀ ਸੜ ਜਾਂਦੇ ਜੀ। ਹਾਂਜੀ। ਕ੍ਰਿਸ਼ਨ ਸਰੂਪ ਦਾਸ ਜਿਸ ਕ੍ਰਿਸ਼ਨ। ਕਹਿਣ ਲੱਗੇ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਗੁਰੂ ਹਰਿਕ੍ਰਿਸ਼ਨ ਸਾਹਿਬ ਆਪ ਸਰੂਪ ਦਾਸ ਜਿਸ ਕ੍ਰਿਸ਼ਨ। ਮਹਾਰਾਜ ਆਪ ਪਰਮਾਤਮਾ ਦਾ ਰੂਪ ਹਨ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਜਿਨ੍ਹਾਂ ਦੇ ਦਾਸ ਨੂੰ ਕਦੀ ਹਾਰ ਨਹੀਂ ਆ ਸਕਦੀ, ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਸੇਵਕ ਨਹੀਂ ਹਾਰ ਸਕਦੇ। ਹਾਂਜੀ। ਕ੍ਰਿਸ਼ਨ ਭਗਤ ਕੋ ਮੇਗਦ ਜਿਸਨ। ਕਹਿਣ ਲੱਗੇ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਭਗਤੀ ਦਾ ਬੱਦਲ ਵਰਸਾ ਦਿੰਦੇ, ਮੇਰਾਂ ਦਾ ਮੀਂਹ ਵਰਸਾ ਦਿੰਦੇ ਆ, ਜਿਹਦੇ ਉੱਤੇ ਕ੍ਰਿਸ਼ਨ ਕਿਰਪਾਲੂ ਹੋ ਜਾਂਦੇ ਆ। ਸਵਈਆ। ਹਾਦਰ ਹੋਤ ਜਹਾਂ ਸਿਮਰੇ ਸੁਖ ਸਾਗਰ, ਜਾਹੇ ਪਿਖੇ ਸੁਰ ਸਾਦਰ। ਹੁਣ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਕਹਿੰਦੇ ਸਿੱਖੋ, ਜਿੱਥੇ ਵੀ ਵਾਹਿਗੁਰੂ ਜਿੱਥੇ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਯਾਦ ਕਰੋ, ਗੁਰੂ ਤੇਗ ਬਹਾਦਰ ਸਾਹਿਬ ਪ੍ਰਤੱਖ ਹਾਜ਼ਰ ਹੋ ਜਾਂਦੇ ਹਨ। ਸਾਦਰ ਚੇ ਇੱਕ ਆਤਮ ਗਿਆਨ, ਬੜੀ ਬਿਸ਼ਤ ਯਤਪ ਕੋ ਵੱਡ ਬਾਦਰ। ਮਹਾਰਾਜ ਐਸੇ ਸੁੱਖਾਂ ਦੇ ਸਾਗਰ ਹਨ ਗੁਰੂ ਹਰਿਕ੍ਰਿਸ਼ਨ ਵਾਹਿਗੁਰੂ ਗੁਰੂ ਤੇਗ ਬਹਾਦਰ ਸਾਹਿਬ। ਉਹਨਾਂ ਦੇ ਦਰਸ਼ਨ ਕਰਨ ਨਾਲ ਦੇਵਤਿਆਂ ਨੂੰ ਵੀ ਆਦਰ ਮਿਲਦਾ ਹੈ। ਦੇਵਤੇ ਵੀ ਆ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕਰਨ, ਉਹਨਾਂ ਨੂੰ ਵੀ ਆਦਰ ਮਿਲਦਾ ਹੈ। ਬਾਦਰ ਹੈ ਸਿੱਖ ਹੈ ਨਰ, ਸੋ ਜਿਨ ਜਾਣਿਓ ਨਹੀਂ ਜੋ ਇਹੀ ਜਗ ਕਾਦਰ। ਕਹਿਣ ਲੱਗੇ ਜਿਹੜੇ ਜਿਗਿਆਸੂ ਵਿਸ਼ੇ ਵਿਕਾਰਾਂ ਦੀ ਧੁੱਪ ਵਿੱਚ ਸੜਦੇ ਰਹਿੰਦੇ ਆ ਤੇ ਬਚਣਾ ਚਾਹੁੰਦੇ ਆ, ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਵਾਸਤੇ ਬੱਦਲ ਦਾ ਰੂਪ ਨੇ। ਹੁਣ ਜਿਹਨੂੰ ਧੁੱਪ ਲੱਗ ਰਹੀ ਹੋਵੇ, ਇੱਕਦਮ ਬੱਦਲ ਹੋ ਜਾਵੇ, ਉਹ ਤੇ ਖੁਸ਼ ਹੋ ਜਾਏਗਾ ਨਾ। ਮਹਾਰਾਜ ਐਸੇ ਹਨ। ਕਾਦਰ ਹੈ ਜਮ ਕੋ ਤਿੰਨ ਜੀਵਨ, ਅੰਤ ਭਜੈ ਗੁਰ ਤੇਗ ਬਹਾਦਰ। ਕਹਿਣ ਲੱਗੇ ਭਾਈ ਕਾ ਦਰ ਹੈ ਜਮ ਕੋ ਤਿੰਨ ਜੀਵਨ, ਅੰਤ ਭਜੈ ਗੁਰੂ ਤੇਗ ਬਹਾਦਰ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਜਿਹੜੇ ਭਜਦੇ ਆ ਨਾ, ਕਾ ਦਰ ਹੈ ਜਮ ਕੋ ਤਿੰਨ ਜੀਵਤ,
ਉਹਨਾਂ ਨੂੰ ਫਿਰ ਜਮਾਂ ਦਾ ਕੀ ਡਰ ਹੈ? ਕਹਿਣ ਲੱਗੇ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਯਾਦ ਕਰਦੇ ਨਾ ਅੰਤਮ ਸਮੇਂ, ਮਹਾਰਾਜ ਉਹਨਾਂ ਦੇ ਸਹਾਈ ਹੁੰਦੇ ਆ। ਹੁਣ ਜੀ ਤੇ ਕਰਦਾ ਇਹਦੇ ਤੇ ਵੀ ਬੜਾ ਕੁਝ ਆਖੀ ਜਾਈਏ, ਸੰਗਤਾਂ ਨੂੰ ਦੱਸੀ ਜਾਈਏ ਕਿਵੇਂ ਕਿਵੇਂ ਗੁਰੂ ਤੇਗ ਬਹਾਦਰ ਸਾਹਿਬ ਕਿੱਥੇ ਕਿੱਥੇ ਕਿਹਦੀ ਕਿਹਦੀ ਆ ਕੇ ਮਦਦ ਕਰਦੇ ਆ, ਕਿੰਨਾ ਕਿੰਨਾ ਤੇ ਕਿਰਪਾ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਹਾਂਜੀ। ਚਿਤ੍ਰਪਦਾ ਛੰਦ ਤ੍ਰਾਣ ਕਰੈ ਨਿਜ ਦਾਸਨ ਕੀ ਪਾਵ ਬੰਧਨ ਤੋਰ ਦਦ ਨਿਰਵਾਣ। ਹੁਣ ਕਵੀ ਸੰਤੋਖ ਸਿੰਘ ਜੀ 10ਵੇਂ ਪਾਤਸ਼ਾਹ ਜੀ ਦੀ ਸਿਫਤ ਲਿਖਦੇ ਆ, ਕਲਗੀਧਰ ਜੀ ਦੀ। ਇੱਕ ਵਾਰੀ ਗੱਜ ਕੇ ਕਹੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਕਹਿਣ ਲੱਗੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੇ ਦਾਸਾਂ ਦੀ ਸਦਾ ਹੀ ਰੱਖਿਆ ਕਰਦੇ ਆ, ਹਰ ਥਾਂ ਸਹਾਈ ਹੁੰਦੇ ਆ। 10ਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ। ਕਹਿਣ ਲੱਗੇ ਤ੍ਰਾਣ ਕਰੈ ਨਿਜ ਦਾਸਨ ਕੀ ਭਵ ਬੰਧਨ ਤੋਰ ਦੇ ਦਾਦ ਨਿਰਵਾਣ, ਦਦ ਨਿਰਵਾਣ। ਗੁਰੂ ਤੇਗ ਬਹਾਦਰ ਸਾਹਿਬ ਆਪਣੇ ਦਾਸਾਂ, ਵਾਹਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੇ ਦਾਸਾਂ ਦੀ ਸਦਾ ਰੱਖਿਆ ਕਰਦੇ ਆ, ਸੰਸਾਰਕ ਬੰਧਨ ਤੋੜ ਦਿੰਦੇ ਆ, ਨਿਰਮਾਣਤਾ ਦੀ ਨਿਰਵਾਣ ਪਦ ਦੀ ਦਾਤ ਬਖਸ਼ਿਸ਼ ਕਰਦੇ ਹਨ। ਬਾਣ ਕੋ ਦੰਡ ਪ੍ਰਚੰਡ ਧਰੇ ਗੱਜ ਸੁੰਡ ਮਨੋ ਭੁਜ ਦੰਡ ਪ੍ਰਮਾਣ। ਅੰਦਰ ਦੀ ਦਾਤ ਵੀ ਕਲਗੀਧਰ ਬਖਸ਼ਿਸ਼ ਕਰਦੇ ਆ, ਨਾਮ ਦੀਆਂ ਦਾਤਾਂ ਵੀ ਕਲਗੀਧਰ ਬਖਸ਼ਿਸ਼ ਕਰਦੇ ਆ। ਤੇ ਅੱਗੋਂ ਲੱਖ ਦੱਸਦੇ ਆ, ਕਹਿੰਦੇ ਕੱਲੇ ਨਾਮ ਦੀਆਂ ਦਾਤਾਂ ਬਖਸ਼ਣ ਵਾਲੇ ਨਹੀਂ ਹੈਗੇ, ਕਹਿੰਦੇ ਫਿਰ ਤਿੱਖੇ ਤਿੱਖੇ ਤੀਰ ਵੀ ਮਹਾਰਾਜ ਸੱਚੇ ਪਾਤਸ਼ਾਹ ਕੋਲ ਰੱਖਦੇ ਆ। ਤਿੱਖੇ ਤਿੱਖੇ ਤੀਰਾਂ ਨੂੰ ਰੱਖਣ ਵਾਲੇ ਆ, ਦੁਸ਼ਟਾਂ ਨੂੰ ਦੰਦ ਦੇਣ ਵਾਲੇ ਨੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ। ਜਿਵੇਂ ਹਾਥੀ ਦੀ ਸੁੰਡ ਹੁੰਦੀ ਹੈ ਬੜੀ ਬਲਵਾਨ ਹੁੰਦੀ ਹੈ, ਉਵੇਂ 10ਵੇਂ ਪਾਤਸ਼ਾਹ ਗਰੀਬ ਨਵਾਜ ਜੀ ਦੀਆਂ ਬਾਹਾਂ ਬੜੀਆਂ ਬਲਵਾਨ, ਦੁਸ਼ਟਾਂ ਦਾ ਨਾਸ਼ ਕਰਨ ਵਾਲੀਆਂ ਹਨ ਬਾਹਾਂ। ਮਨ ਨਿਮਾਨਣ ਹਣ ਅਰੀ ਗਣ ਬਾਣ ਸਦਾ ਜਿਨ ਆਯੁਧ ਪਾਣ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨਿਮਾਣਿਆਂ ਦੇ ਮਾਣ ਹਨ, ਜਿਨ੍ਹਾਂ ਦਾ ਕੋਈ ਮਾਣ ਨਹੀਂ, ਗੁਰੂ ਗੋਬਿੰਦ ਸਿੰਘ ਸਾਹਿਬ ਉਹਨਾਂ ਦਾ ਮਾਣ ਹਨ। ਮੈਂ ਇੱਥੇ ਇੱਕ ਬੇਨਤੀ ਕਰਦੇ ਹਾਂ, ਮਹਾਰਾਜ 10ਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਨੰਦਪੁਰ ਸਾਹਿਬ ਮੇਰਾ ਵਰਤਾ ਰਹੇ, ਤੇ ਇੱਕ ਕਵੀ ਸਤਿਗੁਰਾਂ ਦੇ ਕੋਲ ਆਇਆ ਜਿਹਦਾ ਨਾਮ ਸਾਧ ਸੰਗਤ ਜੀ ਭਾਈ ਹੰਸਰਾਜ ਕਰਕੇ ਵੀ ਆਇਆ। ਹੰਸਾ ਹੰਸਾ ਕਹਿੰਦੇ ਸਨ ਸਾਰੇ, ਅੱਧਾ ਨਾਮ ਲੈਂਦੇ ਸਨ, ਫਾਟੇ ਕੱਪੜੇ ਪਾਏ ਸਨ, ਪਰ ਹੈ ਬੜਾ ਵਿਦਵਾਨ ਸੀਗਾ। ਪਰ ਪਤਾ ਹੈ ਨਾ ਤੁਹਾਨੂੰ ਵੀ ਬੰਦਾ ਵਿਦਵਾਨ ਭਾਵੇਂ ਜਿੰਨਾ ਮਰਜ਼ੀ ਹੋਵੇ, ਪੈਸਾ ਨਾ ਹੋਵੇ ਕੋਈ ਕਦਰ ਨਹੀਂ ਕਰਦਾ। ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੇ ਕੋਲ ਬੈਠ ਗਿਆ, ਆਇਆ, ਪਹਿਲਾਂ ਪਤਾ ਕੀਤਾ, ਕਿਸੇ ਨੇ ਨੇੜੇ ਨਹੀਂ ਆਉਣ ਦਿੱਤਾ, ਫਿਰ ਨੇੜੇ ਆਇਆ ਜੀ ਕਿਸੇ ਤਰੀਕੇ ਨਾਲ ਆਇਆ। ਮਹਾਰਾਜ ਸੱਚੇ ਪਾਤਸ਼ਾਹ ਪੁੱਛਦੇ ਐ, ਭਾਈ ਤੂੰ ਕੌਣ ਹੈ, ਤੇਰਾ ਕੀ ਨਾਮ ਹੈ? ਹੱਥ ਜੋੜ ਕੇ ਕਹਿਣ ਲੱਗਾ, ਸਤਿਗੁਰੂ ਨਾਮ ਹੀ ਬਣਾਉਣ ਵਾਸਤੇ ਤੁਹਾਡੇ ਚਰਨਾਂ 'ਚ ਆਇਆ। ਮਹਾਰਾਜ ਕਹਿਣ ਲੱਗੇ ਕੀ ਗੱਲ? ਕਹਿੰਦਾ ਜੀ ਪੂਰਾ ਨਾਮ ਦੱਸਿਆ, ਹੰਸਰਾਜ। ਕਿਤੇ ਇਤਿਹਾਸ 'ਚ ਹੰਸਪਾਲ ਨਾਮ ਹੀ ਆਇਆ। ਕਹਿੰਦਾ ਮਹਾਰਾਜ ਨਾਮ ਤੇ ਮੇਰਾ ਇਹ ਹੈ, ਪਰ ਮੈਂ ਕਦੀ ਆਪਣੇ ਕੰਨਾਂ ਤੋਂ ਆਪਣਾ ਪੂਰਾ ਨਾਮ ਨਹੀਂ ਸੁਣਿਆ। ਮੇਰਾ ਨਾਮ ਕਦੀ ਕਿਸੇ ਨੇ ਪੂਰਾ ਲਿਆ ਹੋਵੇ। ਹੰਸਾ ਹੰਸਾ ਕਹਿੰਦੇ ਸਾਰੇ। ਤੇ ਮਹਾਰਾਜ ਇੱਧਰ ਉੱਧਰ ਕਿਤੇ ਕਵਿਤਾ ਬੋਲ ਕੇ ਤੇ ਥੋੜ੍ਹੇ ਬਹੁਤੇ ਮਹਾਰਾਜ ਪੈਸੇ ਮਿਲ ਜਾਂਦੇ ਆ, ਗੁਜ਼ਾਰਾ ਹੋ ਜਾਂਦਾ। ਤੇ ਤੁਹਾਡਾ ਜਸ ਸੁਣਿਆ ਸੀ ਮਹਾਰਾਜ, ਮੈਂ ਅੱਜ ਤੁਹਾਡੇ ਚਰਨਾਂ 'ਚ ਆਇਆ। ਮਹਾਰਾਜ ਨੇ ਉਹਦਾ ਪੂਰਾ ਨਾਮ ਲਿਆ ਜੀ। ਪਹਿਲੀ ਵਾਰੀ ਉਹਨੇ ਆਪਣਾ ਪੂਰਾ ਨਾਮ ਸੁਣਿਆ ਕਿਸੇ ਦੇ ਮੁਖੋਂ। ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿਣ ਲੱਗੇ, ਫਿਰ ਸੁਣਾ ਕਵਿਤਾ। ਪਿਆਰਿਓ, ਸਤਿਗੁਰਾਂ ਨੇ ਦਰਬਾਰ ਵਿੱਚ 1.5 ਘੰਟਾ ਕਵੀਆਂ ਵਾਸਤੇ ਰੱਖਿਆ ਹੁੰਦਾ ਸੀ। ਸਾਰੇ ਦਾ ਸਾਰਾ ਸਮਾਂ ਹੀ ਉਸ ਦਿਨ ਦਾ ਕਵੀ ਨੂੰ ਦੇ ਦਿੱਤਾ ਜੀ, ਉਸੇ ਕਵੀ ਨੂੰ।
ਤੇ ਮਹਾਰਾਜ ਦਾ ਕੈਸ਼ੀਅਰ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਦੀਵਾਨ, ਜਿਹਦਾ ਨਾਮ ਸੀ ਭਾਈ ਨੰਦ ਚੰਦ। ਮਹਾਰਾਜ ਕਹਿਣ ਲੱਗੇ ਆ ਮੋਹਰਾਂ ਭਰ, ਮੋਹਰਾਂ ਦੀਆਂ ਥੈਲੀਆਂ ਭਰ ਤੇ ਖੱਚਰ ਤੇ ਲੱਦ। ਮਹਾਰਾਜ ਕਹਿਣ ਲੱਗੇ ਤੇ ਉਹ ਦੇਣੀਆਂ। ਕਈ ਗੁਰਮੁਖ ਤੇ ਇੱਥੋਂ ਤੱਕ ਦੱਸਦੇ ਉਸ ਦਿਨ ਦਾ ਜਿੰਨਾ ਖਜ਼ਾਨਾ ਸੀ ਨਾ, ਮਹਾਰਾਜ ਨੇ ਸਾਰਾ ਹੀ ਉਹਨੂੰ ਦੇ ਦਿੱਤਾ। ਕਿਉਂ? ਗਰੀਬਾਂ ਦੀ ਗਰੀਬੀ ਦੂਰ ਕਰਨ ਵਾਸਤੇ ਆਏ ਕਲਗੀਧਰ। ਜਦੋਂ ਮਹਾਰਾਜ ਨੇ ਉਹਨੂੰ ਦੇ ਦਿੱਤਾ ਨਾ, ਮਹਾਰਾਜ ਕਹਿੰਦੇ ਨੰਦ ਚੰਦ ਕੋਈ ਹੋਰ ਵਸਤੂ? ਕਹਿਣ ਲੱਗੇ ਮਹਾਰਾਜ ਅੱਜ ਹਾਥੀ ਚੜਿਆ। ਮਹਾਰਾਜ ਕਹਿੰਦੇ ਲਿਆ ਹਾਥੀ ਵੀ ਇਹਨੂੰ ਦੇਣਾ। ਹਾਥੀ ਤੇ ਪਾਲਕੀ ਸਜਾ ਦਿਓ। ਪਿਆਰਿਓ, ਹਾਥੀ ਤੇ ਪਾਲਕੀ ਸਜਾ ਦਿੱਤੀ ਤੇ ਮਹਾਰਾਜ ਨੇ 13 ਸਿੱਖ ਭੇਜੇ ਘੋੜਿਆਂ ਤੇ। ਮਹਾਰਾਜ ਕਹਿੰਦੇ ਪਾਲਕੀ 'ਚ ਹਾਥੀ ਦੇ ਉੱਤੇ ਇਹ ਬੈਠੇਗਾ, ਬਾਕੀ ਸਿੱਖ ਨਾਲ ਜਾਣਗੇ। ਖਜ਼ਾਨਾ ਲੈ ਕੇ ਇਹਦੇ ਘਰ ਤੱਕ ਛੱਡਣ ਜਾਓ। ਉਹਦੇ ਬਸਤਰ ਬਦਲਵਾ ਦਿੱਤੇ। ਮਹਾਰਾਜ ਬੜੇ ਦਿਆਲੂ ਹੋਏ ਤੇ ਜਦੋਂ ਭੇਜਣ ਲੱਗੇ ਨਾ, ਉਹ ਕਵੀ ਬੈਰਾਗੀ ਹੋ ਗਿਆ। ਹੱਥ ਜੋੜ ਕੇ ਉਹ ਕਵੀ ਮਹਾਰਾਜ ਨੂੰ ਕਹਿਣ ਲੱਗਾ, ਸਤਿਗੁਰੂ ਇਹ ਜਿੰਨਾ ਕੁਝ ਦਿੱਤਾ ਤੁਸੀਂ ਆਪਣੀ ਖੁਸ਼ੀ ਨਾਲ ਦਿੱਤਾ, ਮੈਂ ਮੰਗਿਆ ਨਹੀਂ ਸੀ ਤੁਹਾਡੇ ਕੋਲੋਂ। ਮਹਾਰਾਜ ਮੈਂ ਮੰਗਿਆ ਨਹੀਂ ਸੀ ਤੁਹਾਡੇ ਕੋਲੋਂ, ਤੁਸੀਂ ਆਪਣੀ ਖੁਸ਼ੀ ਦੇ ਨਾਲ ਦਿੱਤਾ। ਮਹਾਰਾਜ ਮੈਂ ਇੱਕ ਮੰਗਣ ਲੱਗਾ, ਕਿਰਪਾ ਕਰਕੇ ਦਿਓਗੇ? ਮਹਾਰਾਜ ਕਹਿੰਦੇ ਹਾਂ ਮੰਗੋ। ਮਹਾਰਾਜ ਮੇਰੇ ਤੇ ਕਿਰਪਾ ਕਰੋ, ਅੱਜ ਤੁਹਾਡੇ ਚਰਨਾਂ ਵਿੱਚ ਆਇਆ। ਜ਼ਿੰਦਗੀ ਦਾ ਅੰਤਮ ਸਵਾਸ ਤੁਹਾਡੀ ਯਾਦ ਵਿੱਚ ਨਿਕਲੇ, ਭਾਵ ਮੇਰੀ ਸਾਰੀ ਜ਼ਿੰਦਗੀ ਮੈਂ ਤੁਹਾਡੇ ਦਰ ਦਾ ਸ਼ਰਧਾਲੂ ਬਣਿਆ ਰਵਾਂ। ਮਹਾਰਾਜ ਨੇ 52 ਕਵੀਆਂ 'ਚ ਉਹਨੂੰ ਥਾਂ ਦਿੱਤੀ ਜੀ ਆਪਣੀ। ਸਿੱਖਾਂ ਨੂੰ ਕਹਿੰਦੇ ਛੱਡ ਕੇ ਆਓ। ਆਨੰਦਪੁਰ ਸਾਹਿਬ ਦੇ ਅੱਗੇ ਇੱਕ ਇਲਾਕਾ ਹੈ, ਕਟੌਂਚ ਰਿਆਸਤ ਪੈਂਦੀ ਸੀ। ਸਾਧ ਸੰਗਤ ਜੀ, ਕਿਰਪਾਲ ਚੰਦ ਉੱਥੋਂ ਦਾ ਰਾਜਾ ਸੀਗਾ। ਉਸ ਰਿਆਸਤ ਲਾਗੇ ਦਾ ਘਰ ਸੀ। ਹੁਣ ਪਹਿਲਾਂ ਕੀ ਸੀ, ਫਾਟੇ ਪੁਰਾਣੇ ਕੱਪੜੇ ਸਨ, ਪਰ ਜਦੋਂ ਕਲਗੀਆਂ ਵਾਲੇ ਦੀ ਹਜ਼ੂਰੀ 'ਚ ਆਇਆ, ਕੱਪੜੇ ਵੀ ਬਦਲ ਗਏ, ਮਾਇਆ ਵੀ ਮਿਲ ਗਈ, ਸਤਿਕਾਰ ਵੀ ਮਿਲ ਗਿਆ। 13 ਸਿੱਖ ਘੋੜਿਆਂ ਤੇ ਬੈਠੇ ਛੱਡਣ ਜਾ ਰਹੇ, ਕੁਝ ਅੱਗੇ ਕੁਝ ਪਿੱਛੇ, ਨਾਲ ਖਜ਼ਾਨਾ ਹੈ। ਆਪ ਇਹ ਹਾਥੀ ਤੇ ਬੈਠਾ ਹੈ, ਉੱਤੇ ਪਾਲਕੀ ਲਾਈ ਹੈ ਤੇ ਵਿੱਚ ਬੈਠਾ ਹੈ। ਤੇ ਕਿਰਪਾਲ ਚੰਦ ਕਟੋਚੀਆ ਜਦੋਂ ਲੰਘ ਰਿਹਾ ਸੀ, ਉਹਨੇ ਵੇਖਿਆ ਵੀ ਇਹ ਤੇ ਕੋਈ ਰਾਜਾ ਜਾ ਰਿਹਾ ਹੈ। ਉਹਨੇ ਹਾਥੀ ਰਕਾਇਆ, ਉੱਚੀ ਪੁੱਛਦਾ ਹੈ ਵੀ ਇਹ ਕੌਣ ਜਾ ਰਿਹਾ ਹੈ? ਤੇ ਅਜੇ ਸਿੱਖਾਂ ਨੇ ਪੁੱਛਣਾ ਸੀਗਾ, ਵਾਹਿਗੁਰੂ ਸਿੱਖਾਂ ਨੇ ਜਵਾਬ ਦੇਣਾ ਸੀਗਾ, ਤੇ ਕਿਰਪਾਲ ਚੰਦ ਕਹਿੰਦਾ ਕੋਈ ਰਾਜਾ ਜਾ ਰਿਹਾ। ਤੇ ਅੰਦਰੋਂ ਕਵੀ ਬੋਲਿਆ ਪਾਲਕੀ ਚੋਂ, ਕਹਿੰਦਾ ਰਾਜਾ ਨਹੀਂ ਜਾ ਰਿਹਾ, ਮੰਗਤਾ ਜਾ ਰਿਹਾ ਹੈ, ਮੰਗਤਾ ਜਾ ਰਿਹਾ। ਕਹਿਣ ਲੱਗਾ ਕਿਵੇਂ ਮੰਗਤਾ? ਕਹਿਣ ਲੱਗਾ ਮੈਂ ਗੁਰੂ ਗੋਬਿੰਦ ਰਾਏ ਜੀ ਦਾ ਮੰਗਤਾ ਜਾ ਰਿਹਾ। ਉਹ ਰਾਏ ਨਾਮ ਸੀਗਾ ਮਹਾਰਾਜ। ਮੈਂ ਮੰਗਤਾ ਜਾ ਰਿਹਾ ਉਹਨਾਂ ਦਾ। ਉਹ ਹੈਰਾਨ ਹੋ ਗਿਆ। ਕਹਿਣ ਲੱਗਾ ਜਿਹਦੇ ਦਰ ਦੇ ਮੰਗਤੇ ਵੀ ਇੰਨੇ ਠਾਠ ਬਾਠ ਵਾਲੇ ਹੈ, ਉਹ ਦਾਤਾ ਆਪ ਕਿੰਨਾ ਵੱਡਾ ਹੋਏਗਾ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਤੇ ਸੰਗਤ ਜੀ ਮੈਂ ਸੱਚ ਦੱਸ ਰਿਹਾ, ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਆਪਾਂ ਸਾਰੇ ਸਿੱਖੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮੰਗਤੇ ਆ। ਤੇ ਪਿਆਰਿਓ ਸੱਚ 'ਚ ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰ ਤੋਂ ਮੰਗਣ ਵਾਲਿਆਂ ਕੋਲੋਂ ਵੀ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮੰਗਤਿਆਂ ਕੋਲੋਂ ਵੀ ਹਾਥੀਆਂ ਤੋਂ ਉੱਤੇ ਕੀਮਤਾਂ ਵਾਲੀਆਂ ਬੜੀਆਂ ਬੜੀਆਂ ਵੱਡੀਆਂ ਗੱਡੀਆਂ ਹਨ। ਕਰੋੜਾਂ ਕਰੋੜਾਂ ਦੀਆਂ ਕੀਮਤਾਂ ਵਾਲੀਆਂ ਗੱਡੀਆਂ ਵਿੱਚ ਗੁਰੂ ਕੇ ਸਿੱਖ ਜਾਂਦੇ ਹੈ ਤੇ ਸਾਰੇ ਕਲਗੀਧਰ ਦੇ ਮੰਗਤੇ ਹੀ ਹੈ ਨਾ। ਇਹਦਾ ਭਾਵ ਸਮਝਿਓ, ਗੁਰੂ ਗੋਬਿੰਦ ਸਿੰਘ ਸਾਹਿਬ ਬੜੇ ਵੱਡੇ ਦਾਤੇ ਜੀ। ਕਵੀ ਜੀ ਨੇ 2 ਛੰਦ ਲਿਖੇ ਮਹਾਰਾਜ ਦੀ ਸਿਫਤ ਵਿੱਚ। ਕਹਿੰਦੇ ਐ ਮਾਣ ਨਿਮਾਨਣ, ਮਹਾਰਾਜ ਗਰੀਬ ਨਵਾਜ ਨਿਮਾਣਿਆਂ ਦੇ ਮਾਣ ਹਨ।
ਹਾਣ ਆਰੀ ਗਣ। ਦੁਸ਼ਮਣਾਂ ਦੇ ਵੈਰੀਆਂ, ਵਾਹਿਗੁਰੂ ਦੁਸ਼ਮਣਾਂ ਦੇ ਸਮੂਹ ਨੂੰ ਨਾਸ ਕਰਨ ਵਾਲੇ ਆ। ਬਾਣ ਸਦਾ ਜਿਨ ਆਯੁਧ ਪਾਣ, ਜਿਹੜੇ ਹੱਥ ਵਿੱਚ ਸਦਾ ਸ਼ਸਤਰ ਰੱਖਦੇ ਹਨ। ਪਣਪ ਹਿੰਦੁਨ ਗੋਬਿੰਦ ਸਿੰਘ, ਗੁਰੂ ਬਰ ਬੀਰ ਤਰੈ ਅਤ ਤ੍ਰਾਣ। ਧੰਨ ਗੁਰੂ ਗੋਬਿੰਦ ਸਿੰਘ ਜੀ ਸਦਾ ਹੱਥ 'ਚ ਸ਼ਸਤਰ ਰੱਖਦੇ ਆ। ਤੇ ਪਾਣਪ ਹਿੰਦੁਨ ਗੋਬਿੰਦ ਸਿੰਘ, ਧੰਨ ਗੁਰੂ ਹਰਗੋਬਿੰਦ, ਵਾਹਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸ੍ਰੇਸ਼ਟ ਗੁਰੂ ਨੇ, ਬੜੇ ਵੱਡੇ ਸੂਰਬੀਰ ਨੇ, ਵੱਡੇ ਸੰਜੋਗ ਧਾਰਨ ਕਰਦੇ ਆ ਪਾਣਪ। ਤੇ ਮਹਾਰਾਜ ਗਰੀਬ ਨਵਾਜ ਹਿੰਦ ਦਾ ਆਸਰਾ ਹਨ। ਅੱਜ ਵੀ ਹਿੰਦੁਸਤਾਨ ਵਸ ਰਿਹਾ ਗੁਰੂ ਗੋਬਿੰਦ ਸਿੰਘ ਜੀ ਦੀ ਮਿਹਰ ਨਾਲ ਵਸ ਰਿਹਾ ਹੈ। ਹਾਂਜੀ। ਕਬਿਤ ਭੀਰ ਪਰੇ ਧੀਰ ਦੇ ਸਥੰਭ, ਜੈਸੇ ਮਹਾਬੀਰ ਰਛਕ ਜਨੋ ਕੇ ਮਿਲੇ ਦੁਖਦ ਸਮਾਜ ਕੇ। ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸੇਵਕਾਂ ਤੇ ਦਾਸਾਂ ਨੂੰ ਜੇ ਭੀੜ ਪੈ ਜਾਵੇ ਨਾ, ਤੇ ਜੇ ਉਹ ਮਹਾਰਾਜ ਨੂੰ ਯਾਦ ਕਰਨ, ਤੇ ਉਹ ਸਾਧ ਸੰਗਤ ਜੀ ਮਹਾਰਾਜ ਫਿਰ ਉਸੇ ਵੇਲੇ ਹੀ ਆ ਕੇ ਉਹਨਾਂ ਦਾ ਦੁੱਖ ਹਰ ਲੈਂਦੇ ਆ। ਪਾਉਂਟਾ ਸਾਹਿਬ ਸਿੱਖਾਂ ਦੇ ਮਗਰ ਫੌਜਾਂ, ਉੱਤੇ ਪਹਾੜ ਤੇ ਥੱਲੇ ਦਰਿਆ, ਅੱਗੇ ਵੀ ਫੌਜਾਂ। ਮਹਾਰਾਜ ਆਕਾਸ਼ੀ ਬਾਣ ਤੋਂ ਆਏ, ਵਾਹਿਗੁਰੂ ਆਕਾਸ਼ੀ ਰਸਤੇ ਤੋਂ ਆਏ, ਘੋੜੇ ਤੇ ਚੜ੍ਹ ਕੇ ਉੱਡਦੇ ਹੋਏ ਆਏ, ਸਾਰੇ ਵੈਰੀਆਂ ਦਾ ਨਾਸ਼ ਕਰਕੇ ਸਿੱਖਾਂ ਨੂੰ ਛਡਾ ਦਿੱਤਾ। ਅੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਤੇ ਇਸ ਕਰਕੇ ਕਹਿੰਦੇ ਆ, ਜਦੋਂ ਸੇਵਕਾਂ ਨੂੰ ਕੋਈ ਦੁਖਦਾਈ ਸਮਾਜ ਆ ਕੇ ਘੇਰ ਲਵੇ ਨਾ, ਤੇ ਮਹਾਰਾਜ ਦਸਵੇਂ ਪਾਤਸ਼ਾਹ ਉਸੇ ਵੇਲੇ ਹੀ ਆ ਕੇ ਖਲੋ ਜਾਂਦੇ ਆ। ਮੈਂ ਇੱਕ ਘਟਨਾ ਕਹਿ ਦਿਆਂ ਸੰਗਤ ਜੀ, ਇੱਕ ਪਠਾਨ ਸਿੱਖ ਦੀ ਪਤਨੀ ਤੇ ਮਾੜੀ ਨੀਅਤ ਰੱਖ ਰਿਹਾ ਸੀ, ਰਸਤੇ 'ਚ ਰੋਕ ਲਿਆ ਸੀ ਉਹਨੇ। ਸਿੱਖ ਨੂੰ ਮਾਰਤਾ ਸੀ ਤੇ ਸਿੱਖ ਦੀ ਪਤਨੀ ਨੂੰ ਕਹਿੰਦਾ ਸੀ ਮੇਰੇ ਨਾਲ ਵਿਆਹ ਕਰਾ। ਉਹਨੇ ਮਹਾਰਾਜ ਨੂੰ ਯਾਦ ਕੀਤਾ, ਦਸਵੇਂ ਪਾਤਸ਼ਾਹ ਤਤਕਾਲ ਪ੍ਰਗਟ ਹੋ ਕੇ ਉਹਦਾ ਨਾਸ਼ ਕੀਤਾ ਜੀ ਮਹਾਰਾਜ ਨੇ। ਹਾਂਜੀ। ਏਕ ਸੰਗ ਬਿਗਨ ਤਰੰਗ ਚੈ ਉਠੰਗ ਉਠੇ, ਹਾਂਜੀ। ਤਾਹਾਂ ਗੁਰੂ ਆਨ ਬਨ ਕੇਵਟ ਜਹਾਜ ਕੇ। ਕਹਿਣ ਲੱਗਿਆ, ਜਿੱਥੇ ਵੀ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਸੇਵਕਾਂ ਨੂੰ ਵਿਘਨਾਂ ਰੂਪੀਆਂ ਉੱਚੀਆਂ ਉੱਚੀਆਂ ਲਹਿਰਾਂ ਘੇਰ ਲੈਂਦੀਆਂ ਨੇ, ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਉੱਥੇ ਹੀ ਫਿਰ ਜਹਾਜ਼ ਦੇ ਮਲਾਹ ਬਣ ਕੇ ਆਉਂਦੇ ਆ। ਆਪਣੇ ਸਿੱਖਾਂ ਨੂੰ ਕਿਰਪਾ ਰੂਪੀ ਜਹਾਜ਼ 'ਚ ਬਿਠਾ ਕੇ ਆਪ ਮਲਾਹ ਬਣ ਕੇ ਮਹਾਰਾਜ ਧਾਰ ਦਿੰਦੇ ਆ। ਹਾਂਜੀ। ਸਾਗਰ ਗੰਭੀਰ ਪਰ ਪ੍ਰੇਮ ਕੇ ਅਸ਼ੋਭ ਨਹਿ ਭਨਤ, ਸੰਤੋਖ ਸਿੰਘ ਗੁਣ ਮਹਾਰਾਜ ਕੇ। ਕਹਿੰਦੇ ਮਹਾਰਾਜ ਸਾਗਰ ਵਾਂਗੂ ਗੰਭੀਰ ਨੇ, ਸਮੁੰਦਰ ਵਰਗੇ ਗੰਭੀਰ ਨੇ, ਅਡੋਲ ਹਨ, ਤੇ ਪ੍ਰੇਮ ਦੇ ਸਾਗਰ ਨੇ। ਪ੍ਰੇਮ ਬੜਾ ਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਤੇ ਗੁਰੂ ਜੀ ਪ੍ਰੇਮ ਰਹਿਤ ਨਹੀਂ ਹੈਗੇ, ਪ੍ਰੇਮ ਸਹਿਤ ਨੇ, ਪ੍ਰੇਮ ਭਰਿਆ ਹੋਇਆ ਉਹਨਾਂ ਵਿੱਚ। ਹਾਂਜੀ। ਦਵਈਆ ਰਾਜ ਤਾਜ ਕੇ, ਬਧਈਆ ਸੁਖ ਸਾਜ ਕੇ, ਰਖਈਆ ਦਾਜ ਲਾਜ ਕੇ, ਕਰਈਆ ਕਵ ਕਾਜ ਕੇ। ਕਵੀ ਸੰਤੋਖ ਸਿੰਘ ਜੀ ਲਿਖਦੇ ਆ, ਕਹਿੰਦੇ ਆ ਦਵਈਆ ਰਾਜ ਤਾਜ ਕੇ, ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਗਰੀਬ ਨਵਾਜ ਰਾਜ ਤੇ ਤਾਜ ਦੇਣ ਵਾਲੇ ਨੇ ਆਪਣੇ ਸਿੱਖਾਂ ਨੂੰ, ਦਿੰਦੇ ਵੀ ਨੇ। ਦਵਈਆ ਰਾਜ ਤਾਜ ਕੇ, ਬਧਈਆ ਸੁਖ ਸਾਜ ਕੇ, ਸੁੱਖਾਂ ਨੂੰ ਵਧਾਉਣ ਵਾਲੇ ਨੇ ਗਰੀਬ ਨਵਾਜ ਸੱਚੇ ਪਾਤਸ਼ਾਹ। ਰਖਈਆ ਦਾਸ ਲਾਜ ਕੇ, ਕਹਿਣ ਲੱਗੇ ਆਪਣੇ ਸਿੱਖਾਂ ਦੀ ਲਾਜ ਰੱਖਣ ਵਾਲੇ ਆ। ਕਰਈਆ ਕਾਬ ਕਾਜ ਕੇ, ਮੇਰੇ ਕੰਮਾਂ ਨੂੰ ਵੀ ਪੂਰੇ ਕਰਾਉਣ ਵਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਹੀ ਹਨ। ਬੜੀ ਸ਼ਰਧਾ ਸੀ। ਮੈਂ ਕੱਲ ਵੀ ਇੱਕ ਪ੍ਰਮਾਣ ਦਿੱਤਾ, ਜਦੋਂ ਸਾਧ ਸੰਗਤ ਲਾਹੌਰ 'ਚ ਲੁੱਟ ਪੈ ਗਈ ਨਾ, ਕਵੀ ਸੰਤੋਖ ਸਿੰਘ ਨਹੀਂ ਉੱਥੋਂ ਭੱਜੇ, ਸਾਰੇ ਹੀ ਭੱਜ ਗਏ ਸਨ। ਮਹਾਰਾਜ ਨੇ ਉਹਨਾਂ ਦੀ ਲਾਜ ਵੀ ਰੱਖ ਲਈ ਜੀ, ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੀ ਲਾਜ ਵੀ ਰੱਖ ਲਈ। ਸੋ ਕਵੀ ਸੰਤੋਖ ਸਿੰਘ ਕਹਿੰਦੇ, ਮੈਂ ਕਿੰਨੇ ਕੁ ਗੁਣ ਕਵਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ, ਗੁਣ ਕਹੇ ਨਹੀਂ ਜਾ ਸਕਦੇ। ਸੋ ਇਸ ਤਰੀਕੇ ਨਾਲ ਸਾਰੀ ਕਥਾ ਨੂੰ ਆਰੰਭ ਕਰਨ ਤੋਂ ਪਹਿਲਾਂ 10 ਪਾਤਸ਼ਾਹੀਆਂ ਦੇ ਗੁਣ ਲਿਖਦੇ ਆ, ਤੇ ਫਿਰ ਅੱਗੋਂ ਹੌਲੀ ਹੌਲੀ ਹੁਣ ਕਥਾ ਆਰੰਭ ਹੋ ਜਾਏਗੀ। ਇਹ ਵੀ ਕਥਾ ਹੀ ਆ ਸਾਰੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ। ਸੋ ਵਿਚਾਰ ਕਰਦਿਆਂ ਬੜੀਆਂ ਹੀ ਭੁੱਲਾਂ ਹੋਈਆਂ। ਆਪ ਜੀ ਸਿੱਖ ਸੰਗਤਾਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਸਾਰਿਆਂ ਨੇ। 2 ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਸਾਗਰ ਗੰਭੀਰ ਪਰ ਪ੍ਰੇਮ ਤੇ ਅਸ਼ੋਭ ਨਹਿ,
ਭਨਤ ਸੰਤੋਖ ਸਿੰਘ ਗੁਣ ਮਹਾਰਾਜ ਕੇ। ਦਵਈਆ ਰਾਜ ਤਾਜ ਕੇ ਬ੍ਰਧਈਆ ਸੁਖ ਸਾਜ ਕੇ। ਰਖਈਆ ਦਾਸ ਲਾਜ ਕੇ ਕਰਈਆ ਕਵ ਕਾਜ ਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।